ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਕਾਏ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਡੀ ਬਾਣੀ ਭਗਤਾਂ ਕੀ। ਟੋਡੀ ਰਾਗਣੀ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਭਗਤਾਂ ਦੀ ਬਾਣੀ ਲਿਖਵਾ ਰਹੇ ਹਨ। ਇੱਕ ਓੰਕਾਰ। ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਨੇ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਦ ਭਗਤ ਨਾਮਦੇਵ ਜੀ ਪੰਡਰਪੁਰ ਤੋਂ ਕੁਝ ਚਿਰ ਦੁਆਰਕਾ ਦੇ ਵਿੱਚ ਗਏ ਸਨ, ਤਦ ਇੱਥੇ ਇੱਕ ਵਿਦਾਂਤੀ ਮਤ ਦੇ ਪੰਡਤ ਅਤੇ ਇੱਕ ਨਿਹੰਗ ਮਤ ਵਾਲਾ ਆਪਸ ਦੇ ਵਿੱਚ ਝਗੜਦੇ ਆ ਰਹੇ ਸਨ। ਵੇਦਾਂਤ ਮਤ ਵਾਲਾ ਕਹਿ ਰਿਹਾ ਸੀ ਕਿ ਜੋ ਪਰਮੇਸ਼ਰ ਹੈ ਉਹ ਦੂਰ ਹੈ। ਆਪਣਾ ਵੇਦਾਂਤੀ ਕਹਿ ਰਿਹਾ ਸੀ ਨੇੜੇ ਹੈ। ਨਿਹੰਗ ਮਤ ਵਾਲਾ ਕਹਿ ਰਿਹਾ ਸੀ ਕਿ ਪਰਮੇਸ਼ਰ ਦੂਰ ਭਾਵ ਇੱਕ ਦੇਸੀ ਹੈ। ਦੋਵੇਂ ਆਪਸ ਵਿੱਚ ਝਗੜਦੇ ਹੋਏ ਭਗਤ ਨਾਮਦੇਵ ਜੀ ਦੇ ਪਾਸ ਆਏ। ਇੱਕ ਕਹੇ ਪਰਮੇਸ਼ਰ ਨੇੜੇ ਹੈ, ਦੂਜਾ ਕਹੇ ਦੂਰ ਹੈ। ਇਹ ਵੇਦਾਂਤੀ ਅਤੇ ਨਿਹੰਗ ਦੇ ਬਚਨ ਸੁਣ ਕੇ ਭਗਤ ਨਾਮਦੇਵ ਜੀ ਉਹਨਾਂ ਪ੍ਰਤੀ ਉਪਦੇਸ਼ ਦਿੰਦੇ ਆ। ਇਹ ਪਵਿੱਤਰ ਬਚਨ ਕਹਿ ਰਹੇ ਹਨ। ਸਤਿਗੁਰ ਪ੍ਰਸਾਦ। ਜਿਸ ਵਾਹਿਗੁਰੂ ਦੀ ਵਿਆਖਿਆ ਹੈ ਕਿ ਉਹ ਨੇੜੇ ਹੈ ਜਾਂ ਦੂਰ ਹੈ, ਉਹਨੂੰ ਮਿਲਣਾ ਹੋਵੇ ਤਾਂ ਸਤਿਗੁਰੂ ਦੀ ਕਿਰਪਾ ਨਾਲ ਮਿਲਿਆ ਜਾ ਸਕਦਾ ਹੈ। ਜਾਂ ਇੱਕ ਓੰਕਾਰ ਹੀ ਸਾਡਾ ਸਤਿਗੁਰੂ ਹੈ, ਹਰ ਇੱਕ ਓੰਕਾਰ ਸਤਿਗੁਰੂ ਦੀ ਹੀ ਸਾਡੇ ਉੱਪਰ ਕਿਰਪਾ ਹੈ। ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ। ਇਹ ਭਾਈ ਕੋਈ ਤਾਂ ਵਿਦਾਂਤ ਮਤ ਵਾਲਾ ਤੁਹਾਡੇ ਵਿੱਚੋਂ ਬੋਲਦਾ ਹੈ ਕਿ ਪਰਮੇਸ਼ਰ ਨੇੜੇ ਹੈ, ਅਤੇ ਕੋਈ ਨਿਹੰਗ ਮਤ ਵਾਲਾ ਤੁਹਾਡੇ ਵਿੱਚੋਂ ਬੋਲਦਾ ਹੈ ਕਿ ਪਰਮੇਸ਼ਰ ਦੂਰ ਹੈ। ਅਰਥਾਤ ਉਹ ਪਰਮੇਸ਼ਰ ਸਾਰਿਆਂ ਦਾ ਆਤਮਾ ਰੂਪ ਹੈ।
ਆਪਣੇ ਤੋਂ ਵੱਖਰੀ ਦੂਜੀ ਚੀਜ਼ ਨੂੰ ਹੀ ਦੂਰ ਅਤੇ ਨੇੜੇ ਕਹੀਦਾ ਹੈ। ਜਿਵੇਂ ਅੱਖ ਦੇ ਵਿੱਚ ਸੁਰਮਾ ਪਾਇਆ ਹੋਇਆ ਨੇੜੇ ਹੁੰਦਾ ਹੈ, ਪਰ ਅੱਖ ਦਾ ਸੁਰਮਾ ਅੱਖ ਵਿੱਚ ਪਾਉਣ ਵਾਲੇ ਨੂੰ ਦਿਖਦਾ ਨਹੀਂ। ਇਸ ਕਰਕੇ ਅੰਤ ਨੇੜੇ ਮੰਨਣ ਨਾਲ ਵੀ ਦੂਜਾ ਮੰਨਣਾ ਪਵੇਗਾ। ਅਤੇ ਜੇਕਰ ਦੂਰ ਮੰਨਾਂਗੇ ਤਾਂ ਦੂਰ ਪਈਆਂ ਚੀਜ਼ਾਂ ਨੂੰ ਵੇਖਣ ਲਈ ਦੂਰਬੀਨਾਂ ਹੁੰਦੀਆਂ ਨੇ, ਇਉਂ ਦੂਰ ਮੰਨਣਾ ਪਵੇਗਾ। ਇਉਂ ਜਿਹੜਾ ਕਿਸੇ ਦਾ ਅੱਖਾਂ ਦੇ ਸੁਰਮੇ ਵਾਂਗ ਨੇੜੇ ਕਹਿਣਾ ਹੈ ਜਾਂ ਦੇਸ਼ ਕਾਲ ਨੂੰ ਲੈ ਕੇ ਦੂਰ ਕਹਿਣਾ ਹੈ, ਇਹ ਤੁਹਾਡਾ ਕਹਿਣਾ ਇਉਂ ਨਿਸਫਲ ਹੈ ਜਿਵੇਂ ਕੋਈ ਪੁਰਖ ਕਹੇ ਕਿ ਮੈਂ ਜਲ ਕੀ ਮਛਲੀ ਚਰੈ ਖਜੂਰ। ਪਾਣੀ ਦੀ ਮੱਛੀ ਖਜੂਰ 'ਤੇ ਚੜੀ ਜਾਂਦੀ ਵੇਖੀ ਹੈ, ਜੋ ਮਿਥਿਆ ਹੈ। ਇਸੇ ਪ੍ਰਕਾਰ ਜਲ ਕੀ ਮਛਲੀ ਚਰੈ ਖਜੂਰ। ਆਤਮਾ ਜੜ ਰੂਪ ਜਲ ਦੀ ਬੁੱਧੀ ਰੂਪ ਮੱਛੀ ਅਗਿਆਨ ਜਾਂ ਸੰਸਾਰ ਰੂਪ ਖਜੂਰ ਦੇ ਉੱਪਰ ਚੜੀ ਜਾਂਦੀ ਵੇਖੀ ਹੈ। ਕਾਏ ਰੇ ਬਕਬਾਦ ਲਾਇਓ। ਰੇ ਹੀ ਭਾਈ, ਤੁਸੀਂ ਕਾਹਦੇ ਵਾਸਤੇ ਆਪਣੇ ਆਪ ਨੂੰ ਵੇਦਾਂ ਸ਼ਾਸਤਰਾਂ ਦਾ ਸੋ ਵਕਤਾ ਕਥਨ ਕਰਨ ਵਾਲੇ ਬਣ ਕੇ ਅਤੇ ਬਕਵਾਸ ਲਾਈ ਹੋਈ ਹੈ। ਵਕਤੇ ਬਣ ਕੇ ਆਪਸ ਦੇ ਵਿੱਚ ਫਜ਼ੂਲ ਦਾ ਹੀ ਕਿਉਂ ਝਗੜਾ ਲਗਾਇਆ ਹੋਇਆ ਹੈ। ਜਿਨ ਹਰ ਪਾਇਓ ਤਿਨਹਿ ਛਪਾਇਓ। ਕਿਉਂਕਿ ਜਿਨ੍ਹਾਂ ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਨੂੰ ਪਾ ਲਿਆ, ਤਿਨਾਂ ਨੇ ਆਪਣੇ ਆਪ ਨੂੰ ਛੁਪਾ ਹੀ ਲਿਆ ਹੈ, ਲੁਕਾ ਹੀ ਲਿਆ ਹੈ। ਕਿਉਂਕਿ ਉਹ ਆਤਮ ਗਿਆਨ ਰੂਪ ਵਸਤੂ ਨੂੰ ਪਾ ਕੇ ਹੰਕਾਰ ਨਹੀਂ ਕਰਦੇ। ਹੁਣ ਨਜ਼ੀਕ ਖੁਦਾਈ ਦਾ ਭੇਤ ਨਾ ਕਿਸੇ ਦੇਣ। ਤਦ ਪੰਡਤ ਕਹਿਣ ਲੱਗੇ ਕਿ ਪਰਮੇਸ਼ਰ ਨੂੰ ਛੁਪਾ ਕਿਉਂ ਲਿਆ, ਦੂਜਿਆਂ ਨੂੰ ਗਿਆਨ ਕਿਵੇਂ ਹੋਵੇਗਾ? ਤਾਂ ਨਾਮਦੇਵ ਜੀ ਕਹਿੰਦੇ ਨੇ, ਜਿਨ ਹਰ ਪਾਇਓ ਤੇ ਨਹਿ ਛੁਪਾਇਓ। ਦੂਜਾ ਅਰਥ ਪਾਠ ਤਿਨਹਿ ਹੀ ਹੈ, ਪਰ ਅਰਥ ਕਰਨ ਵਾਸਤੇ ਤੇ ਨਹਿ ਛੁਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਉਹ ਦੁਨੀਆ ਦੇ ਅੰਦਰ ਲੁਕੇ ਛਿਪੇ ਨਹੀਂ ਰਹਿੰਦੇ। ਭਾਵ ਉਹਨਾਂ ਦੇ ਜੀਵਨ ਸੰਸਾਰੀ ਸੂਰਜ ਦੀ ਰੋਸ਼ਨੀ ਵਾਂਗ ਚਮਕਾਰੇ ਮਾਰਦੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਰਹਾਉ। ਇਹ ਤੇ ਵਿਸ਼ਰਾਮ ਬਖਸ਼ਦੇ ਅੱਗੇ ਫਰਮਾਉਂਦੇ ਹਨ, ਪੰਡਤ ਹੋਏ ਕੈ ਵੇਦ ਬਖਾਨੈ। ਤੁਸੀਂ ਪੰਡਤ ਵਿਦਵਾਨ ਹੋ ਕੇ ਭਾਵ ਆਪਣੇ ਆਪ ਨੂੰ ਸਿਆਣੇ ਮੰਨ ਕੇ ਵੇਦਾਂ ਦਾ ਕਥਨ ਕਰਦੇ ਹੋ, ਪਰ ਤੁਸੀਂ ਅਕਾਲ ਪੁਰਖ ਨੂੰ ਅਜੇ ਤੱਕ ਨਹੀਂ ਜਾਣਿਆ। ਕਿਉਂਕਿ ਵੇਦਾਂ ਨੇ ਵਾਹਿਗੁਰੂ ਨੂੰ ਤਾਂ ਕੀ ਜਾਣਨਾ ਸੀ, ਉਹ ਤਾਂ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਹੀ ਨਹੀਂ ਅਜੇ ਤੱਕ ਜਾਣ ਸਕਿਆ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੀਤਾ ਸੁਣੈ ਤੀਤਾ ਬਖਿਆਨੈ। ਸੋ ਇੰਝ ਇਕੱਲੇ ਤੁਸੀਂ ਵੇਦਾਂ ਨੂੰ ਹੀ ਪੜ੍ਹਦੇ ਹੋ, ਅਕਾਲ ਪੁਰਖ ਨੂੰ ਨਹੀਂ ਜਾਣਿਆ। ਅੱਗੇ ਨਿਮਰਤਾ ਦੇ ਵਚਨ ਕਰਦਿਆਂ ਕਹਿੰਦੇ ਨੇ, ਮੂਰਖ ਨਾਮ ਦਿਓ ਰਾਮੇ ਜਾਣੈ। ਪਰ ਮੈਂ ਸ਼ਾਸਤਰ ਗਿਆਤ ਤੋਂ ਮੂਰਖ ਬੇਸਮਝ ਨਾਮਦੇਵ ਨੇ ਕੇਵਲ ਪਰਮੇਸ਼ਰ ਨੂੰ ਹੀ ਜਾਣਿਆ ਹੈ। ਇਸੇ ਪ੍ਰਕਾਰ ਮੂਰਖ ਨਾਮ ਦਿਓ ਰਾਮੇ ਜਾਣੈ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਮੈਂ ਇੰਦਰੀਆਂ ਨੂੰ ਵਿਸ਼ਿਆਂ ਦੇ ਵੱਲੋਂ ਰੋਕ ਕੇ ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣ ਲਿਆ ਹੈ। ਮੂਰਖ ਨਾਮ ਦਿਓ ਰਾਮੇ ਜਾਣੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਪਿਛਲਾ ਸ਼ਬਦ ਸੰਪੂਰਨ ਹੋਇਆ ਹੈ। ਇਹ ਅਗਲਾ ਸ਼ਬਦ ਭਗਤ ਨਾਮਦੇਵ ਜੀ ਦਾ ਹੀ ਪ੍ਰਾਰੰਭ ਹੋ ਰਿਹਾ ਹੈ। ਮਹਾਂਪੁਰਖ ਕਿਸੇ ਵੀ ਸ਼ਬਦ ਦੀ ਕਥਾ ਕਰਨ ਤੋਂ ਪਹਿਲਾਂ ਉਸ ਦੀ ਉਥਾਨ ਕਾ ਸਰਵਣ ਕਰਾਇਆ ਕਰਦੇ।
ਤਾਂ ਹੀ ਕਥਾ ਬਣਦੀ ਹੈ। ਪਹਿਲਾਂ ਉਥਾਨਕਾ ਹੁੰਦੀ ਹੈ, ਫਿਰ ਸ਼ਬਦ ਦਾ ਪਾਠ ਕਰਦਿਆਂ ਉਹਦੇ ਅੱਖਰੀ ਅਰਥ, ਪਦ ਅਰਥ, ਭਾਵ ਅਰਥ, ਵਿਆਖਿਆ ਅਤੇ ਫਿਰ ਢੁਕਵੀਂ ਸਾਖੀ, ਜੋ ਅਰਥ ਭਾਵਾਂ ਦੇ ਨਾਲ ਮਿਲਦੀ ਉਹਨਾਂ ਨੂੰ ਸਪਸ਼ਟ ਕਰਦੀ ਹੋਵੇ ਔਰ ਹੋਵੇ ਗੁਰੂ ਜੀ ਦੇ ਇਤਿਹਾਸ ਦੇ ਵਿੱਚੋਂ। ਉਥਾਨਕਾ ਦਾ ਭਾਵ ਇਹ ਹੈ ਕਿ ਉਹ ਥਾਂ ਜਿੱਥੇ ਨਿੱਕ, ਉਥਾਨਕਾ ਨਿੱਕ ਭਾਵ ਸੁੰਦਰ ਗੁਰੂ ਜੀ ਨੇ ਉਪਦੇਸ਼ ਉਚਾਰਿਆ ਹੋਵੇ। ਜੋ ਭਗਤਾਂ ਦੀ ਬਾਣੀ ਹੈ ਜਾਂ ਗੁਰੂ ਜੀ ਦਾ ਉਪਦੇਸ਼ ਹੈ, ਇਸ ਦੇ ਉਚਾਰਨ ਦਾ ਕੋਈ ਨਾ ਕੋਈ ਬਹਾਨਾ, ਕੋਈ ਵਿਧੀ ਬਣੀ ਹੈ। ਇਹ ਅੰਦਰ ਵੜ ਕੇ ਨਹੀਂ ਬਾਣੀ ਉਚਾਰਤੀ, ਬਾਹਰ ਨਿਕਲ ਕੇ ਉਚਾਰੀ ਹੈ। ਲੋਕਾਂ ਦੇ ਵਿੱਚ ਮਿਲਦਿਆਂ ਹੋਇਆਂ ਜਿਵੇਂ ਜਿਵੇਂ ਵਿਧੀ ਬਣੀ, ਵਾਰਤਾਲਾਪ ਕਰਦਿਆਂ ਕਿਸੇ ਨੂੰ ਉਪਦੇਸ਼ ਦਿੰਦਿਆਂ। ਜਿੱਥੇ ਪੰਡਰਪੁਰ ਦੇ ਵਿੱਚ ਭਗਤ ਨਾਮਦੇਵ ਜੀ ਨਿਵਾਸ ਕਰਦੇ ਸਨ, ਉੱਥੇ ਸ਼ਹਿਰ ਵਿੱਚ ਇੱਕ ਗਰੀਬ ਹਿੰਦੂ ਪੁਰਖ ਰਹਿੰਦਾ ਸੀਗਾ, ਜੋ ਹਰ ਰੋਜ਼ ਆਪਣੀ ਕਿਰਤ ਕਰਕੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦਾ ਸੀ। ਉਸ ਦੇ ਘਰ ਦੇ ਵਿੱਚ ਇੱਕ ਵੱਛੀ ਸੀ। ਇੱਕ ਦਿਨ ਉਹ ਗਰੀਬ ਹਿੰਦੂ ਕਿਤੇ ਆਪਣੇ ਕਾਰੋ ਵਿਹਾਰ ਦੇ ਵਿੱਚ ਦੂਰ ਚਲਾ ਗਿਆ। ਗਰਮੀ ਦੀ ਰੁੱਤ ਹੋਣ ਕਰਕੇ ਵੱਛੀ ਨੂੰ ਬੜੀ ਪਿਆਸ ਲੱਗੀ। ਉਹਦੇ ਕੋਲ ਪਾਣੀ ਦਾ ਟੋਆ ਸੀ। ਤਿਹਾਈ ਹੋਣ ਕਰਕੇ ਵੱਛੀ ਟੋਏ ਦੇ ਵਿੱਚੋਂ ਪਾਣੀ ਪੀਣਾ ਚਾਹੁੰਦੀ ਸੀ, ਪਰ ਕਿੱਲੇ ਦੇ ਨਾਲ ਬੰਨੀ ਹੋਣ ਕਰਕੇ ਪਾਣੀ ਪੀ ਨਾ ਸਕੀ। ਬਹੁਤੀ ਪਿਆਸ ਦੀ ਵਿਆਕੁਲ ਕੀਤੀ ਹੋਈ ਪਾਣੀ ਵੱਲ ਝੁਕਦੀ ਵਿਚਾਰੀ ਦੇ ਸਾਹ ਮੁੱਕ ਗਏ। ਉੱਥੇ ਉਹ ਮਰ ਗਈ। ਜਦ ਉਸ ਗਰੀਬ ਹਿੰਦੂ ਨੇ ਘਰ ਆ ਕੇ ਵੇਖਿਆ ਤਾਂ ਟੋਏ ਦੇ ਕੋਲ ਇੱਕ ਵੱਛੀ ਮਰੀ ਪਈ ਵੇਖੀ। ਵੱਛੀ ਮਰੀ ਨੂੰ ਵੇਖ ਕੇ ਉਹਨੇ ਪੰਡਰਪੁਰ ਦੇ ਕੁਝ ਪੰਡਤ ਬੁਲਾਏ ਅਤੇ ਕਹਿਣ ਲੱਗਾ ਕਿ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਆਪਣੀ ਕਿਰਤ ਕਰਨ ਲਈ ਦੂਰ ਚਲਾ ਗਿਆ ਸੀ ਅਤੇ ਵੱਛੀ ਨੂੰ ਪਾਣੀ ਦੇ ਟੋਏ ਕੋਲ ਬੰਨ੍ਹ ਗਿਆ ਸੀ। ਵੈਸੇ ਅੱਜ ਕੱਲ੍ਹ ਸਾਡੇ ਗੁਰਦੁਆਰੇ ਦੇ ਡੰਗਰ ਵੀ ਕਰੀਬ ਖੁੱਲ੍ਹੇ ਰਹਿੰਦੇ ਨੇ। ਅੱਜ ਕੱਲ੍ਹ ਦੀ ਥਿਊਰੀ ਇਹ ਹੈ ਵੀ ਡੰਗਰਾਂ ਨੂੰ ਬੰਨ੍ਹਦੇ ਨਹੀਂ, ਉਹ ਵਾੜਾ ਜਿਹਾ ਵੜ ਦਿੰਦੇ ਨੇ, ਉਹਦੇ 'ਚ ਖੁੱਲ੍ਹੇ ਛੱਡ ਦਿੰਦੇ ਨੇ। ਵਿੱਚ ਹੀ ਪਾਣੀ ਦਾ ਤਲਾਬ ਹੈ, ਭਾਵੇਂ ਬੈਠ ਕੇ ਨਹਾਉਂਦੇ ਰਹਿਣ, ਅਤੇ ਵਿੱਚ ਹੀ ਖੁਰਲੀਆਂ ਭਾਵੇਂ ਖਾਂਦੇ ਰਹਿਣ, ਅਤੇ ਵਿੱਚ ਹੀ ਪਾਣੀ ਦੇ ਚਬੱਚੇ ਨੇ ਮੂੰਹ ਪਾ ਕੇ ਭਾਵੇਂ ਪਾਣੀ ਪੀਂਦੇ ਰਹਿਣ। ਖੁੱਲ੍ਹੇ ਛੱਡ ਕੇ ਉੱਪਰ ਪੱਖੇ ਲੱਗੇ ਹੁੰਦੇ ਨੇ, ਕਿਉਂਕਿ ਉਹ ਵੀ ਰੱਬ ਦੇ ਜੀਅ ਹਨ। ਕਈ ਡੰਗਰ ਪਸ਼ੂ ਬਹੁਤੀ ਗਰਮੀ ਮੰਨਦੇ ਨੇ, ਅਤੇ ਇਸ ਵਾਸਤੇ ਪਸ਼ੂਆਂ ਨੂੰ ਵੀ ਰੱਬ ਦੇ ਜੀਅ ਜਾਣ ਕੇ ਅਤੇ ਉਹਨਾਂ ਦਾ ਖਿਆਲ ਰੱਖਣਾ ਵਾਜਬ ਹੈ। ਵੈਸੇ ਗਲਤੀ ਤਾਂ ਸੀ ਉਸ ਬ੍ਰਾਹਮਣ ਦੀ, ਅਤੇ ਪਰ ਕਹਿਣ ਲੱਗਾ ਜੀ ਮੈਂ ਤਾਂ ਆਪਣੀ ਕਿਰਤ ਕਰਨ ਲਈ ਦੂਰ ਚਲਾ ਗਿਆ ਅਤੇ ਵੱਛੀ ਨੂੰ ਪਾਣੀ ਦੇ ਟੋਏ ਕੋਲ ਬੰਨ੍ਹ ਗਿਆ ਸੀ, ਪਰ ਫਿਰ ਇਹ ਵੱਛੀ ਪਾਣੀ ਦੀ ਤਿਹਾਈ ਮਰ ਗਈ। ਤਾਂ ਪੰਡਤ ਕਹਿਣ ਲੱਗੇ ਤੇ ਤੂੰ ਗਊ ਹੱਤਿਆ ਕੀਤੀ ਹੈ, ਇਹਦਾ ਦੋਸ਼ ਤੈਨੂੰ ਲੱਗਾ ਹੈ। ਗਊ ਹੱਤਿਆ ਦੇ ਦੋਸ਼ ਦੀ ਨਿਵਰਤੀ ਲਈ ਤੂੰ ਤੀਰਥ ਯਾਤਰਾ ਕਰ, ਕਿਉਂਕਿ ਪੰਡਤ ਲੋਕ ਗਾਂ ਨੂੰ ਮਾਤਾ ਕਹਿੰਦੇ ਨੇ। ਸਾਡੀ ਸਰਕਾਰ ਵੀ ਹਿੰਦੂਆਂ ਦੀ ਸਰਕਾਰ ਹੋਣ ਕਰਕੇ ਸਾਰੇ ਲੋਕਾਂ ਨੂੰ ਉਹਨਾਂ ਨੇ ਗਊ ਟੈਕਸ ਲਾਇਆ ਹੋਇਆ ਹੈ। ਕੋਈ ਵੀ ਚੀਜ਼ ਕਿਸੇ ਨੇ ਖਰੀਦਣੀ ਹੈ, ਕੋਈ ਗੱਡੀ ਮੋਟਰ ਉੱਤੇ ਤੇ ਗਾਂ ਦਾ ਟੈਕਸ ਹੈ। ਕੋਈ ਵੀ ਆਪਣਾ ਪੈਲੀ ਬੰਨੇ ਨੂੰ ਰਜਿਸਟਰਡ ਕਰਾਉਣਾ ਹੈ, ਉਹਦੇ 'ਤੇ ਗਊ ਟੈਕਸ ਹੈ। ਹੁਣ ਕੰਪਲਸਰੀ ਕਰ ਦਿੱਤਾ ਸਾਡੀ ਸਰਕਾਰ ਨੇ। ਬੰਦਾ ਪੁੱਛੇ ਵੀ ਬਾਕੀ ਡੰਗਰ,
ਦੁੱਧ ਤਾਂ ਲੋਕ ਮੱਝਾਂ ਦਾ ਪਸੰਦ ਕਰਦੇ ਨੇ, ਅਤੇ ਟੈਕਸ ਗਊਆਂ ਦਾ, ਉਹ ਵੀ ਤਾਂ ਡੰਗਰ ਹੀ ਨੇ। ਤੋ ਇਸ ਵਾਸਤੇ ਕਿਸੇ ਦੇ ਉੱਪਰ ਬਦੋ ਬਦੀ ਕੋਈ ਗੱਲ ਥੋਪਣੀ ਇਹ ਜ਼ਬਰਦਸਤੀ ਜ਼ਿਆਦਤੀ ਹੈ। ਜਿਹੜੇ ਤਾਂ ਗਊ ਨੂੰ ਮਾਤਾ ਮੰਨਦੇ ਉਹ ਤਾਂ ਭਲਾ ਦਈ ਜਾਣ, ਜਿੰਨਾ ਮਰਜ਼ੀ ਦਾਨ ਪੁੰਨ ਕਰੀ ਜਾਣ। ਤੋ ਡੰਗਰ ਪਸ਼ੂ ਤਾਂ ਉਹ ਵੀ ਸੜਕ ਦੇ ਉੱਪਰ ਬਥੇਰੇ ਤੁਰੇ ਫਿਰਦੇ ਨੇ, ਉਹਨਾਂ ਦਾ ਵੀ ਕੰਟਰੋਲ ਹੋਣਾ ਚਾਹੀਦਾ। ਇਕੱਲੀ ਗਾਂ ਦਾ ਹੀ ਥੋੜ੍ਹਾ ਖਿਆਲ ਰੱਖਣਾ। ਕਈ ਐਕਸੀਡੈਂਟ ਉਹਨਾਂ ਪਸ਼ੂਆਂ ਦੀ ਵਜ੍ਹਾ ਕਰਕੇ ਹੁੰਦੇ ਨੇ। ਉਹਨਾਂ ਨੂੰ ਸਾਂਭਣ ਦਾ ਜਿੰਨਾ ਵੀ ਕੰਮ ਹੈ ਨਗਰ ਨਿਗਮ ਸਾਡੀ ਸਰਕਾਰ ਦਾ ਹੈ। ਟੈਕਸ ਦੇ ਬਾਵਜੂਦ ਵੀ ਗਾਵਾਂ ਅਵਾਰਾ ਹੀ ਤੁਰੀਆਂ ਫਿਰਦੀਆਂ ਹਨ। ਅਤੇ ਇਸ ਵਾਸਤੇ ਇਹਨਾਂ ਲੋਕਾਂ ਦੀ ਇਹ ਭਾਵਨਾ ਹੈ। ਸ਼ਾਇਦ ਕ੍ਰਿਸ਼ਨ ਜੀ ਮਹਾਰਾਜ ਨੇ ਇਹਨਾਂ ਨੂੰ ਉਚਾਰਿਆ ਸੀ। ਉਹਨਾਂ ਦਾ ਤਾਂ ਪ੍ਰੋਫੈਸ਼ਨਲ ਉਹ ਜੰਮੇ ਹੀ ਪੈਦਾ ਹੀ ਗਵਾਲਿਆਂ ਦੇ ਵਿੱਚ ਹੋਏ, ਪਾਲੇ ਹੀ ਗਵਾਲਿਆਂ ਨੇ। ਉਹਨਾਂ ਦਾ ਤਾਂ ਕੰਮ ਹੀ ਸੀਗਾ ਗੁੱਜਰਾਂ ਦੇ ਘਰ ਦੇ ਵਿੱਚ ਗਾਵਾਂ ਚਾਰਨੀਆਂ, ਦੁੱਧ ਆਦਿਕ ਵੇਚਣਾ। ਤੋ ਜਿਹਦਾ ਕੋਈ ਮਤਲਬ ਹੀ ਨਹੀਂ ਹੈ ਗਾਂ ਦੇ ਨਾਲ ਜ਼ਬਰਦਸਤੀ ਉਹਦੇ 'ਤੇ ਟੈਕਸ ਥੋਪਣਾ, ਇਹ ਕੋਈ ਦਿਆਨਤਦਾਰੀ ਨਹੀਂ ਹੈ, ਕੋਈ ਸਿਆਣਪ ਨਹੀਂ ਹੈ। ਡੰਗਰ ਪਸ਼ੂ ਤਾਂ ਵੈਸੇ ਵੀ ਕੁਦਰਤੀ ਵੀ ਚੜ੍ਹਾਈ ਕਰ ਜਾਂਦੇ ਨੇ। ਗਾਂ ਹੱਤਿਆ ਦਾ ਦੋਸ਼ ਲਾ ਕੇ ਅਤੇ ਉਹਨੂੰ ਕਹਿੰਦੇ ਵੀ ਆ ਤੂੰ ਤੀਰਥ ਯਾਤਰਾ ਕਰਕੇ ਆ। ਹੁਣ ਗਰੀਬ ਬੰਦਾ ਜਿਹਨੇ ਸਵੇਰੇ ਕਮਾਉਣਾ, ਰਾਤ ਨੂੰ ਉਹੀ ਰੋਟੀ ਖਾਣੀ ਹੈ, ਉਹ ਘਰ ਛੱਡ ਕੇ ਤੀਰਥ ਯਾਤਰਾ ਕਿਵੇਂ ਕਰ ਸਕਦਾ ਹੈ? ਉਹਦੇ 'ਚ ਸਮਰੱਥਾ ਨਹੀਂ ਸੀਗੀ। ਫਿਰ ਪੰਡਤਾਂ ਨੇ ਆਖਿਆ ਵੀ ਜੇ ਤੂੰ ਤੀਰਥ ਯਾਤਰਾ ਨਹੀਂ ਕਰ ਸਕਦਾ ਤਾਂ ਸਾਨੂੰ ਬ੍ਰਾਹਮਣਾਂ ਨੂੰ ਦਾਨ ਪੁੰਨ ਹੀ ਕਰ ਦੇ। ਉਹਨੇ ਕਿਹਾ ਕਿ ਮੈਂ ਆਪਣਾ ਗੁਜ਼ਰਾਨ ਦਾ ਮਸਾ ਕਰਦਾ, ਰੋਟੀ ਤਾਂ ਮੈਂ ਮਸਾ ਖਾਂਦਾ, ਅਤੇ ਤੁਹਾਨੂੰ ਮੈਂ ਦਾਨ ਕਿੱਥੋਂ ਦੇਵਾਂ? ਕਿਉਂਕਿ ਦਾਨ ਪੁੰਨ ਵੀ ਤਾਂ ਹੀ ਹੁੰਦਾ ਜੇ 2 ਨੰਬਰ ਦੀ ਕਮਾਈ ਹੋਵੇ। ਜਿਹੜੇ ਵਿਚਾਰੇ ਨੇ 200-400 ਦਿਹਾੜੀ ਪਾ ਕੇ ਆਪਣਾ ਟੱਬਰ ਪਾਲਣਾ, ਉਹ ਕੀ ਦੇ ਸਕਦਾ ਕਿਸੇ ਨੂੰ? ਫਿਰ ਕਹਿਣ ਲੱਗੇ ਕਿ ਚੰਗਾ ਤੂੰ ਹੁਣ ਇਉਂ ਕਰ, ਅੰਨ ਪਾਣੀ ਖਾਣਾ ਪੀਣਾ ਛੱਡ ਦੇ। ਜਦੋਂ ਇਉਂ ਪੰਡਤਾਂ ਨੇ ਉਹਨੂੰ ਬੜਾ ਸਤਾਇਆ ਵਿਚਾਰੇ ਨੂੰ, ਉਹਨੂੰ ਘਰ ਹੀ ਨਾ ਟਿਕਣ ਦੇਣ, ਉਹ ਵਿਚਾਰਾ ਘਰੋਂ ਨਿਕਲ ਕੇ ਬਾਹਰ ਨੂੰ ਤੁਰ ਪਿਆ। ਨਾਲ ਹੀ ਉਸਦੇ ਬ੍ਰਾਹਮਣ ਵੀ ਮਗਰ ਮਗਰ ਤੁਰ ਪਏ ਵੀ ਤੂੰ ਗਾਂ ਮਾਰ ਕੇ ਹੁਣ ਕਿੱਥੇ ਚੱਲਿਆ, ਅਤੇ ਅੰਨ ਪਾਣੀ ਖਾਣ ਪੀਣ ਨਾ ਦੇਣ। ਉਹ ਵਿਚਾਰਾ ਆਖਿਰ ਭੁੱਖਾ ਤੇ ਆਇਆ। 7 ਦਿਨਾਂ ਬਾਅਦ ਜਦ ਨਾਮਦੇਵ ਜੀ ਦੇ ਘਰ ਅੱਗੇ ਪਹੁੰਚਿਆ ਅਤੇ ਮੂੰਹ ਉਹਦਾ ਛੋਟਾ ਜਿਹਾ ਹੋਇਆ ਪਿਆ, ਬੜਾ ਵਿਆਕੁਲ ਹੋ ਕੇ ਡੇਗੀ ਪਿਆ। ਜਿਸ ਵੇਲੇ ਨਾਮਦੇਵ ਜੀ ਨੂੰ ਪਤਾ ਲੱਗਾ ਕਿ ਮੇਰੇ ਘਰ ਦੇ ਦਰਵਾਜ਼ੇ ਅੱਗੇ ਕੋਈ ਭੁੱਖ ਦੱਸ, ਨਾਮਦੇਵ ਜੀ ਕਹਿਣ ਲੱਗੇ ਕਿ ਰਾਮ ਰਾਮ ਕਹੋ। ਉਹਨੇ ਆਖਿਆ ਰਾਮ ਰਾਮ। ਕਹਿੰਦੇ ਲੈ ਤੂੰ ਪ੍ਰਸ਼ਾਦਾ ਛਕ ਲਾ, ਅਤੇ ਉਹਨੂੰ ਆਤਮਿਕ ਸ਼ਾਂਤੀ ਬਖਸ਼ੀ। ਪੰਡਤ ਵੀ ਲੱਭਦੇ ਲਭਾਉਂਦੇ ਉੱਥੇ ਆਣ ਪਹੁੰਚੇ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸ਼ੀਂਬੇ ਨੇ ਇਸ ਗਾਂ ਹੱਤਿਆ ਕਰਨ ਵਾਲੇ ਪਾਪੀ ਪੁਰਖ ਨੂੰ ਕਿਸੇ ਵੀ ਪ੍ਰਾਸ਼ਚਿਤ ਕਰਾਏ ਤੋਂ ਬਗੈਰ ਹੀ ਅੰਨ ਪਾਣੀ ਦੇ ਦਿੱਤਾ, ਅਤੇ ਕਹਿ ਦਿੱਤਾ ਕਿ ਹੁਣ ਤੇਰਾ ਪਾਪ ਦੂਰ ਹੋ ਗਿਆ। ਤਾਂ ਜਾਤ ਦੇ ਅਭਿਮਾਨੀ ਪੰਡਤ ਇਕੱਠੇ ਹੋ ਕੇ ਨਾਮਦੇਵ ਜੀ ਦੇ ਘਰ ਚਰਚਾ ਕਰਨ ਲਈ ਪੁੱਜੇ, ਅਤੇ ਆਖਣ ਲੱਗੇ ਕਿ ਹੇ ਨਾਮਦੇਵ, ਨਾ ਤੂੰ ਇਸ ਪਾਪੀ ਪਾਸੋਂ ਇਕਾਦਸ਼ੀ ਦਾ ਵਰਤ ਰਖਾਇਆ, ਨਾ ਹੀ ਗੰਗਾਦਿਕ ਤੀਰਥਾਂ ਦੇ ਇਹਨੂੰ ਭੇਜਿਆ, ਕੋਈ ਇਸ਼ਨਾਨ ਨਹੀਂ ਕਰਾਇਆ, ਨਾ ਹੀ ਕੁਝ ਪੁੰਨਦਾਨੀ ਦੇ ਪਾਸੋਂ ਕਰਵਾਇਆ। ਇਹ ਕਿਸ ਪ੍ਰਕਾਰ ਸ਼ੁੱਧ ਹੋ ਗਿਆ? ਇਹਦਾ ਗਊ ਹੱਤਿਆ ਵਾਲਾ ਪਾਪ ਕਰਮ ਕਿਵੇਂ ਦੂਰ ਹੋ ਗਿਆ ਹੈ? ਤਾਂ ਸੁਣ ਕੇ ਭਗਤ ਨਾਮਦੇਵ ਜੀ ਨੇ ਉੱਤਰ ਦਿੰਦਿਆਂ ਇਹ ਪਾਵਨ ਸ਼ਬਦ ਉਚਾਰਿਆ। ਇਹ ਪਹਿਲੀ ਸਾਖੀ ਹੈ। ਇਹ ਸ਼ਬਦ ਦੀ ਉਥਾਨਗਾ ਦੀ, ਅਤੇ ਦੂਜੀ ਉਥਾਨਗਾ ਬਾਬਤ ਇਉਂ ਵੀ ਕਿਹਾ ਜਾਂਦਾ ਹੈ ਕਿ ਫਿਰ ਪੰਡਤਾਂ ਨੇ ਕਿਹਾ ਹੇ ਨਾਮਦੇਵ,
ਜੇ ਤੂੰ ਪਰਮੇਸ਼ਰ ਨੂੰ ਜਾਣ ਲਿਆ ਹੈ ਤਾਂ ਤੈਨੂੰ ਕੀ ਲਾਭ ਪ੍ਰਾਪਤ ਹੋਇਆ? ਕਿਉਂਕਿ ਤੇਰਾ ਜੋ ਅਗੈਬੀ ਪੁਣੇ ਦਾ ਜਾਂ ਸ਼ੂਦਰ ਪੁਣੇ ਦਾ ਕਲੰਕ ਹੈ ਉਹ ਤਾਂ ਦੂਰ ਹੋਇਆ ਕੋਈ ਨਹੀਂ ਹੈ, ਤਾਂ ਤੂੰ ਸ਼ਿੰਬੇ ਦਾ ਸ਼ਿੰਬਾ ਹੀ। ਜੇ ਨਾਮ ਜਪ ਲਿਆ ਤਾਂ ਕੀ ਹੋ ਗਿਆ? ਨੀਵੀਂ ਜਾਤ ਦਾ ਕਲੰਕ ਥੋੜੋ ਗਿਆ ਹੈ। ਤਾਂ ਭਗਤ ਨਾਮਦੇਵ ਜੀ ਇਹ ਸੁਣ ਕੇ ਉਹਨਾਂ ਪੰਡਤਾਂ ਨੂੰ ਸ਼ੁਭ ਉਪਦੇਸ਼ ਬਖਸ਼ਦੇ ਨੇ। ਪਿਆਰ ਦੇ ਨਾਲ ਸੁਣੋ ਜੀ। ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਰਾਮ ਪਰਮੇਸ਼ਰ ਦਾ ਨਾਮ ਹੈ, ਇਹ ਲੈਣ ਦੇ ਨਾਲ, ਭਾਵ ਸਿਮਰਨ ਭਜਨ ਕਰਨ ਦੇ ਨਾਲ ਕਿਸ ਪ੍ਰਕਾਰ ਦਾ ਕਲੰਕ ਦੋਸ਼ ਪਾਪ ਰਹਿ ਗਿਆ? ਭਾਵ ਕਿਸੇ ਪ੍ਰਕਾਰ ਦਾ ਨਹੀਂ ਰਿਹਾ ਹੈ। ਇਸੇ ਪ੍ਰਕਾਰ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ। ਪਰਮੇਸ਼ਰ ਦੇ ਨਾਮ ਨੂੰ ਲੈਂਦਿਆਂ ਹੀ ਜਨਮਾਂ ਜਨਮਾਤਰਾਂ ਦੇ ਸਾਰੇ ਪਾਪ ਧੋਤੇ ਗਏ ਹਨ। ਪਤਤ ਪਵਿੱਤ ਭਏ RAM ਕਹਿਤ ਹੀ। ਰਾਮ ਪਰਮੇਸ਼ਰ ਦਾ ਨਾਮ ਉਚਾਰਨ ਕਰਨ ਦੇ ਨਾਲ ਅਨੇਕਾਂ ਹੀ ਅਜਾਮਲ ਗਣਕਾਦਿਕ ਜਿਹੜੇ ਪਤਿਤ ਪਾਪੀ ਉਹ ਵੀ ਪਵਿੱਤਰ ਹੋ ਗਏ ਹਨ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ। ਇੱਕ ਨਿਮਕ ਦੇ ਵਿੱਚ ਹੀ ਉਹਨਾਂ ਪਾਪੀਆਂ ਦਾ ਪਾਰ ਉਤਾਰਾ ਹੋ ਗਿਆ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। RAM ਸੰਗ ਨਾਮ ਦੇਵ ਭਗਤ ਨਾਮਦੇਵ ਜੀ ਆਪਣਾ ਨਿਸ਼ਚਾ ਦੱਸਦੇ ਨੇ ਕਿ ਮੈਨੂੰ ਭਗਤ ਜਾਣੋ ਰਾਮ ਪਰਮੇਸ਼ਰ ਦੇ ਨਾਮ ਦੇ ਨਾਲ। ਜਨ ਕੋ ਪ੍ਰਤਿਗਿਆ ਆਈ। ਮੈਨੂੰ ਜਾਣੋ ਨਾਮ ਦੇ ਨਾਲ ਪ੍ਰਤਿਗਿਆ ਪ੍ਰਤੀਤੀ ਹੋਈ ਹੈ, ਅਥਵਾ ਮੇਰੇ ਭਗਤ ਜਨ ਦੇ ਮਨ ਨੂੰ ਪ੍ਰਤਿਗਿਆ ਦ੍ਰਿੜ ਨਿਸ਼ਚਾ ਆ ਗਿਆ ਹੈ ਕਿ ਪ੍ਰਭੂ ਦੇ ਜੋ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਇਹਨੂੰ ਕਹਿਣ ਦੇ ਨਾਲ ਜ਼ਰੂਰ ਕਲੰਕ ਤੋਂ ਰਹਿਤ ਹੋ ਜਾਈਦਾ ਹੈ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੁਭ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲਿਖਾ ਛੋੜਿਆ ਲਿਖੈ ਛੂਟੈ ਹੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਗ ਲਿਓ ਇਹ ਬਾਰੀ। ਇੰਝ ਜੇ ਬੇਨਤੀਆਂ ਕਰਾਂਗੇ ਤੇ ਸਤਿਗੁਰੂ ਜੀ ਸਾਨੂੰ ਪਾਪੀਆਂ ਨੂੰ ਵੀ ਬਖਸ਼ ਲੈਣਗੇ। ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਪਾਪ ਬਖਸ਼ ਸਕਦਾ ਹੈ। ਪਾਤਸ਼ਾਹ ਦਾ ਬਚਨ ਹੈ, ਘੋਰ ਦੁਖੀਆਂ ਅਨਕ ਹਤੀਆਂ। ਬੜੇ ਭਿਆਨਕ ਦੁੱਖ ਚੰਬੜੇ ਹੋਣ ਪਾਪਾਂ ਕਾਰਨ, ਅਨੇਕਾਂ ਹੱਤਿਆਵਾਂ ਪਾਪਾਂ ਦਾ ਦੋਸ਼ ਸਿਰ ਉੱਪਰ ਚੜ੍ਹਿਆ ਹੋਵੇ। ਜਨਮ ਦਰਿਦਰੰ, ਜਨਮਾਂ ਜਨਮਾਤਰਾਂ ਦਾ ਦਲਿੱਦਰ ਗਰੀਬੀ ਇਹ ਗਲ ਪਈ ਹੋਵੇ। ਮਹਾਂ ਵਿਖਿਆਦੰ, ਬੜੇ ਬੜੇ ਬੱਜਰ ਪਾਪ ਅਸੀਂ ਭਾਵੇਂ ਕੀਤੇ ਹੋਣ। ਮਿਟੰਦ ਸਗਲ ਸਿਮਰੰਦ ਹਰ ਨਾਮ ਨਾਨਕ। ਸਤਿਗੁਰੂ ਜੀ ਕਹਿੰਦੇ ਕਿ ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਹੀ ਝਟਪਟ ਸਾਰੇ ਮਿਟ ਜਾਂਦੇ ਹਨ। ਜੈਸੇ ਪਾਪ ਕਾਸ਼ਟ ਭਸਮੰ ਗਰੋਤ, ਜਿਵੇਂ ਵੱਡਾ ਸਾਰਾ ਲੱਕੜਾਂ ਦਾ ਢੇਰ ਛੋਟੀ ਜਿਹੀ ਅੱਗ ਦੀ ਚੰਗਿਆੜੀ ਸਾੜ ਕੇ ਸੁਆਹ ਕਰ ਦਿੰਦੀ ਹੈ, ਇੰਝ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਬਖਸ਼ੇ ਪਰਮਾਤਮਾ ਦੇ ਨਾਮ ਜਪਣ ਤੋਂ ਸਾਰੇ ਪਾਪ ਦਗਧ ਹੋ ਜਾਂਦੇ ਨੇ, ਸੜ ਬਲ ਕੇ ਕੋਲੇ ਸੁਆਹ ਹੋ ਕੇ ਵੇਸਟ ਹੋ ਜਾਂਦੇ। ਮਹਾਰਾਜ ਦੀ ਬਾਣੀ ਨਾਮ ਸਰੂਪ ਹੈ।
ਬਾਣੀ ਦੀ ਮਹਿਮਾ ਦੇ ਵਿੱਚ ਆਨੰਦ ਸਾਹਿਬ ਦੀ ਸਮਾਪਤੀ ਦੀਆਂ ਪੰਕਤੀਆਂ ਸਤਿਗੁਰੂ ਅਮਰਦਾਸ ਜੀ ਨੇ ਉਚਾਰੀਆਂ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਬਹੇ ਸਰਸੇ, ਪੂਰੇ ਗੁਰ ਤੇ ਜਾਣੀ। ਦੁੱਖ ਵੀ, ਰੋਗ ਵੀ ਤੇ ਸੰਤਾਪ, ਇਹ ਸਾਰੇ ਕਲੇ ਕਲੇਸ਼ ਪਾਪਾਂ ਕਰਕੇ ਜੋ ਪੈਦਾ ਹੋਏ, ਗੁਰਬਾਣੀ ਪੜ੍ਹਨ ਸੁਣਨ ਉਚਾਰਨ ਦੇ ਨਾਲ ਇਹ ਦਗਧ ਹੋ ਜਾਂਦੇ, ਨਾਸ਼ ਹੋ ਜਾਂਦੇ ਹਨ। ਇਸ ਲਈ ਮਹਾਰਾਜ ਦਾ ਨਾਮ ਜਪਣ ਤੋਂ ਬੜੇ ਬੜੇ ਕਲੰਕ ਉਤਰ ਜਾਂਦੇ ਨੇ। ਏਕਾਦਸੀ ਬ੍ਰਤ ਰਹਿ, ਇਸ ਕਰਕੇ ਏਕਾਦਸ਼ੀ ਵਰਤ ਆਦਿਕ ਵੀ ਰਹਿ ਚੁੱਕੇ ਨੇ। ਭਾਵ ਏਕਾਦਸ਼ੀ ਦੇ ਵਰਤ ਰੱਖਣ ਦੀ ਵੀ ਕੁਝ ਵੀ ਜ਼ਰੂਰਤ ਨਹੀਂ ਰਹੀ ਹੈ। ਕਾਹੇ ਕਉ ਤੀਰਥ ਜਾਈ, ਹੁਣ ਕਾਹਦੇ ਵਾਸਤੇ ਤੀਰਥਾਂ ਦੇ ਇਸ਼ਨਾਨ ਕਰਨ ਲਈ ਜਾਈਏ? ਭਾਵ ਤੀਰਥਾਂ ਦੇ ਜਾਣ ਦੀ ਹੁਣ ਕੋਈ ਜ਼ਰੂਰਤ ਹੀ ਨਹੀਂ ਹੈ। ਜਦ ਘਰ ਬੈਠੇ ਹੀ ਨਾਮ ਚੱਲ ਪਿਆ ਤੇ ਨਾਮ ਦੇ ਨਾਲ ਹੀ ਪਾਪ ਉਤਰ ਗਏ, ਤੇ ਤੀਰਥਾਂ ਦੇ ਨਹਾਉਣ ਦਾ ਫਿਰ ਕੀ ਮਤਲਬ ਹੋਇਆ? ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਮਹਾਰਾਜ ਦਾ ਨਾਮ ਹੀ ਤੀਰਥ। ਤੀਰਥ ਸ਼ਬਦ ਵਿਚਾਰ, ਗੁਰ ਸ਼ਬਦ ਦੀ ਵਿਚਾਰ ਕਰਨੀ, ਇਹੀ ਤੀਰਥ ਹੈ। ਸਾਧ ਸੰਗਤ ਦੇ ਵਿੱਚ ਤਰਬੇਣੀ ਲੱਗੀ ਹੋਈ ਹੈ। ਜਿਹੜੀ ਗੁਰਬਾਣੀ ਦੀ ਕਥਾ ਇਹ ਤਾਂ ਗੰਗਾ ਹੈ, ਜਿਹੜੀ ਸ਼ਾਮ ਦੀ ਕਥਾ ਹੈ ਇਹ ਜਮਨਾ ਹੈ, ਤੇ ਜਿਹੜੀ ਰਹਿਤ ਮਰਿਆਦਾ ਦੀ ਕਥਾ ਹੈ ਇਹ ਸਾਧ ਸੰਗਤ ਜੀਓ ਸਰਸਤੀ ਹੈ। ਮਾਗ ਮਜਨ ਸੰਗ ਸਾਧੂਆ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਇਹੀ ਤੀਰਥ ਹੈ ਸਾਧ ਸੰਗਤ। ਇਸੇ ਪ੍ਰਕਾਰ ਏਕਾਦਸੀ ਬ੍ਰਤ ਰਹਿ, ਕਾਹੇ ਕਉ ਤੀਰਥ ਜਾਈ। ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ ਤੇ ਏਕਾਦਸ਼ੀ 11ਵੇਂ ਮਨ ਦਾ ਵਿਸ਼ਿਆਂ ਦੇ ਵੱਲੋਂ ਨਿਰਲੇਪ ਰਹਿਣ ਰੂਪ ਜੇ ਵਰਤ ਰੱਖ ਲਵੇ ਤਾਂ ਫਿਰ ਕਾਹਦੇ ਵਾਸਤੇ ਤੀਰਥਾਂ ਦੇ ਜਾਣ ਦੀ ਲੋੜ ਹੈ? ਕੋਈ ਲੋੜ ਨਹੀਂ ਹੈ। ਇੰਦਰੀਆਂ ਨੂੰ ਰੋਕ ਲਏ ਤੇ ਇਹੀ ਸਰੀਰ ਹੀ ਤੀਰਥ ਹੈ। ਇਸੇ ਪ੍ਰਕਾਰ ਏਕਾਦਸੀ ਬ੍ਰਤ ਰਹਿ, ਕਾਹੇ ਕਉ ਤੀਰਥ ਜਾਈ। ਏਕ ਆਦਿ, ਜੋ ਇੱਕ ਪਰਮੇਸ਼ਰ ਹੀ ਸਾਰਿਆਂ ਦੇ ਆਦਿ ਸ਼ੁਰੂ ਵਿੱਚ ਸੀ, ਹੁਣ ਹੈ ਔਰ ਅੱਗੇ ਨੂੰ ਹੋਵੇਗਾ, ਸੋ ਕਹੀਏ ਏਕਾਦਸ਼ੀ। ਜਿਹਦਾ ਉਹਦੇ ਨਾਮ ਦੇ ਵਿੱਚ ਮਨ ਹਰ ਵਕਤ ਵਰਤ ਵਰਤਦਾ ਰਹੇ, ਕਾਹੇ ਕੋ ਤੀਰਥ ਜਾਈ। ਉਹਨੂੰ ਫਿਰ ਕਾਹਦੇ ਵਾਸਤੇ ਤੀਰਥਾਂ ਦੇ ਜਾਣ ਦੀ ਲੋੜ ਹੈ? ਭਾਵੋ ਪੁਰਖ ਤਾਂ ਘਰ 'ਚ ਹੀ ਬੈਠਾ ਮੁਕਤ ਹੈ, ਕਿਉਂਕਿ ਏਕਾਦਸ਼ੀ ਜਿਹੜਾ ਏਕਾਦ ਤੋਂ ਚੱਲਿਆ ਆਉਂਦਾ ਸੀ ਉਹੀ ਹੁਣ ਹੈ, ਉਹੀ ਅੱਗੇ ਹੋਵੇਗਾ। ਲੋਕ ਤੇ ਭਲੋਕ ਦਾ ਰਾਖਾ ਹੈ। ਜਦ ਉਹਦਾ ਹੀ ਨਾਮ ਜਪ ਲਿਆ, ਉਹਦੀ ਪ੍ਰਾਪਤੀ ਕਰ ਲਈ, ਫਿਰ ਕਾਹਦੇ ਲਈ ਤੀਰਥਾਂ ਦੇ ਜਾਣਾ ਹੈ? ਭਨਤ ਨਾਮ ਦਿਓ, ਭਗਤ ਨਾਮਦੇਵ ਜੀ ਉਚਾਰਨ ਕਰਦੇ ਹਨ। ਸੋ ਕ੍ਰਿਤ ਸੁਮਤ ਭਏ, ਕਿ ਜਿੰਨੇ ਪੁੰਨ ਦਾਨ ਕਰਕੇ ਸ੍ਰੇਸ਼ਟ ਮਤ ਵਾਲੇ ਬਿਆਸ ਸਾਧਕ ਮਹਾਤਮਾ ਹੋਏ ਹਨ, ਗੁਰਮਤਿ ਰਾਮ ਕਹਿ। ਇਹਨਾਂ ਦੇ ਵਿੱਚੋਂ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ। ਗੁਰ ਸਿੱਖਿਆ ਦੁਆਰਾ ਰਮੇ ਪਰਮੇਸ਼ਰ ਦੇ ਨਾਮ ਨੂੰ ਕਹਿ ਕੇ ਪਾਵਾ ਕੇ ਸਿਮਰ ਸਿਮਰ ਕਰਕੇ ਕੋ ਨਾ ਬੈਕੁੰਠ ਗਏ। ਕੌਣ ਕੌਣ ਨਹੀਂ ਬੈਕੁੰਠ 'ਚ ਗਿਆ? ਮਤਲਬ ਸਾਰੇ ਸਵਰਗਾਂ ਨੂੰ ਚੜ੍ਹ ਗਏ, ਸਾਰੇ ਬੈਕੁੰਠ ਲੋਕ ਨੂੰ ਚਲੇ ਗਏ। ਜਿਨ੍ਹਾਂ ਵੀ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦਾ ਨਾਮ ਆਖਿਆ। ਵੇਖੋ ਜਿਹੜਾ ਕੋ ਕਾਕ ਪਸੁੰਡ ਸੀਗਾ, ਉਹ ਇੱਕ ਕਾਂ ਦੀ ਜੂਨ ਵਿੱਚ ਸੀ। ਜਦੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਈਦਾ ਹੈ ਤਾਂ ਥੱਲੇ ਹੈ ਧਾਮ,
ਥੱਲੇ ਪਤਾ ਨਹੀਂ ਘਾਟ ਹੈ, ਉੱਪਰ ਧਾਮ ਹੈ। ਜਿਹੜਾ ਉੱਪਰਲੇ ਪਾਸੇ ਤੋਂ ਸਿੱਧੀ ਚੜ੍ਹਾਈ ਹੈ ਹੇਮਕੁੰਟ ਸਾਹਿਬ ਦੀ, ਇੱਕ ਪੁਲ ਟੱਪ ਕੇ ਅੱਗੇ ਨੂੰ ਲੰਘੀਦਾ ਹੈ। ਪੁਲ ਟੱਪਦਿਆਂ ਸਾਰੀ ਖੱਬੇ ਹੱਥ ਤਾਂ ਫੂਲਣ ਵੈਲੀ ਹੈ, ਅਤੇ ਸੱਜੇ ਪਾਸੇ ਥੋੜ੍ਹਾ ਜਿਹਾ ਅੱਗੇ ਜਾ ਕੇ ਰਸਤਾ ਫੜਦਾ ਹੈ, ਉਹ ਚਾਈਨਾ ਦੇ ਬਾਰਡਰ ਨੂੰ ਜਾਂਦਾ ਹੈ। ਅੱਗੇ ਦੀ ਅੱਗੇ ਰਸਤੇ ਦੇ ਵਿੱਚ ਕਾਕਪਸੁੰਡ ਹੈ। ਪਹਾੜਾਂ ਦੇ ਵਿੱਚ ਕਿਤੇ ਪਾਣੀ ਠਹਿਰਦਾ ਨਹੀਂ, ਉੱਪਰ ਤੋਂ ਪਾਣੀ ਆਉਂਦਾ ਹੈ, ਹੇਠਾਂ ਨੂੰ ਤੁਰਿਆ ਜਾਂਦਾ ਹੈ। ਵਡਭਾਗ ਸਿੰਘ ਦੇ ਡੇਰੇ ਵੀ ਧੌਲੀ ਧਾਰ ਚੱਲਦੀ ਹੈ, ਉਹ ਧਾਰ ਹੀ ਆਉਂਦੀ ਹੈ, ਪਤਾ ਨਹੀਂ ਕਿੱਧਰੋਂ ਆਉਂਦੀ ਹੈ। ਹੇਮਕੁੰਟ ਸਾਹਿਬ ਜਦ ਜਾਈਏ ਤਾਂ ਉਹ ਪਾਣੀ ਵਗਦਾ ਹੀ ਤੁਹਾਨੂੰ ਨਜ਼ਰ ਆਏਗਾ। ਉਹ ਫਿਰ ਕਹਿੰਦੇ ਗਾਂਹ ਅੱਗੇ ਜਾ ਕੇ ਪਤਾ ਨਹੀਂ ਗੰਗਾ ਗੁੰਗਾ 'ਚ ਮਿਲ ਜਾਂਦਾ, ਆਉਂਦਾ ਪਤਾ ਨਹੀਂ ਕਿੱਧਰੋਂ ਹੈ। ਇੱਕ ਤਾਂ ਸਰੋਵਰ ਸ੍ਰੀ ਹੇਮਕੁੰਟ ਸਾਹਿਬ ਹੈ, ਜਿੱਥੇ ਪਾਣੀ ਠਹਿਰਿਆ ਹੋਇਆ ਹੈ। ਪਹਾੜਾਂ ਦੇ ਵਿੱਚ ਸਰੋਵਰ ਬਹੁਤ ਵੱਡੀ ਗੱਲ ਹੈ, ਕਿਤੇ ਪਹਾੜ 'ਚ ਤੁਹਾਨੂੰ ਸਰੋਵਰ ਨਹੀਂ ਮਿਲੇਗਾ, ਪਾਣੀ ਵਗਦਾ ਹੀ ਦੇਖੋਗੇ। ਦੂਜਾ ਸਰੋਵਰ ਹੇਮਕੁੰਟ ਸਾਹਿਬ ਤੋਂ ਜੋ ਮੈਂ ਬੇਨਤੀ ਕੀਤੀ ਵੀ ਪਾਸੇ ਨੂੰ ਰਸਤਾ ਜਾਂਦਾ, ਉਹ ਕਾਕਪਸੁੰਡ ਨੂੰ ਰਸਤਾ ਜਾਂਦਾ, ਉੱਥੇ ਸਰੋਵਰ ਹੈ। ਸਾਡੇ ਟਕਸਾਲ ਦੇ ਸਿੰਘ ਗਿਆਨੀ ਸ਼ੇਰ ਸਿੰਘ ਜੀ ਮਹਾਰਾਜ ਵਾਲੇ ਸਿੰਘਾਂ ਨੂੰ ਜਦ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਲਈ ਲੈ ਕੇ ਜਾਂਦੇ, ਚੋਟੀਆਂ ਦੇ ਨਿਸ਼ਾਨ ਸਾਹਿਬ ਚੜ੍ਹਾਉਣ ਲਈ। ਹੁਣ ਤਾਂ ਵੈਸੇ ਮੈਂ ਕਿਸੇ ਨੂੰ ਗਿਆ ਸੁਣਿਆ ਨਹੀਂ, ਪਰ ਪਹਿਲਾਂ ਪੁਰਾਣੇ ਸਿੰਘ ਜੋ ਉਹਨਾਂ ਨਾਲ ਗਏ, ਬਾਬਾ ਸ਼ੇਰ ਸਿੰਘ ਜੀ ਫੌਜੀ ਰਿਟਾਇਰ ਹੋਏ ਨੇ, ਅਤੇ ਉਹ ਪੋਥੀਆਂ ਨਾਲ ਲੈ ਕੇ ਕਾਕਪਸੁੰਡ ਵੀ ਗਏ। ਉੱਥੇ ਵੀ ਨਿਸ਼ਾਨ ਸਾਹਿਬ ਉਹਨਾਂ ਨੇ ਗੱਡਿਆ ਹੋਇਆ। ਇੱਕ ਪਾਸੇ ਚਾਈਨਾ ਹੈ, ਦੂਜੇ ਪਾਸੇ ਇੰਡੀਆ, ਬਿਲਕੁਲ ਬਾਰਡਰ 'ਤੇ। ਚਾਈਨਾ ਦੀ ਆਜਰੀ ਉੱਥੇ ਬੱਕਰੀਆਂ ਚਾਰਨ ਵਾਸਤੇ ਆਉਂਦੇ ਨੇ, ਅਤੇ ਉਹ ਬਾਬਾ ਜੀ ਕਈ ਵਾਰ ਬੂਟ ਜਰਾਬਾਂ ਲੈਣ ਲਈ ਜਾਂ ਰੇਨਕੋਟ ਲੈਣ ਲਈ ਚਾਈਨਾ ਦੇ ਬਾਜ਼ਾਰ 'ਚੋਂ ਸ਼ੋਪਿੰਗ ਵੀ ਕਰ ਆਉਂਦੇ, ਪਹਾੜੀ ਪਿੱਛੇ ਵਿੱਚ। ਜਿਹੜਾ ਮਾਨ ਸਰੋਵਰ ਹੈ ਉਹ ਚਾਈਨਾ ਵਾਲੇ ਪਾਸੇ ਹੈ, ਪਰ ਚਾਈਨਾ ਵਾਲੇ ਪਾਸੇ ਇੰਨਾ ਪਾਣੀ ਉਹਨਾਂ ਜਮ੍ਹਾਂ ਕੀਤਾ ਹੋਇਆ, ਰੱਬ ਨਾ ਕਰੇ ਜੀ ਉਹਨਾਂ ਦਾ ਦਿਮਾਗ ਪੁੱਠਾ ਘੁੰਮ ਗਿਆ ਅਤੇ ਇੱਧਰ ਕੋਈ ਬਚਾਅ ਵਾਲੀ ਗੱਲ ਨਹੀਂ ਹੈ, ਸਭ ਕੁਛ ਰੁੜ ਸਕਦਾ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਹੇਮਕੁੰਟ ਸਾਹਿਬ ਕਲਗੀਧਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਤਪੱਸਿਆ ਕੀਤੀ, 4 ਯੁੱਗਾਂ ਦੀ ਸਮਾਧੀ ਲਾਈ। ਸਤਿਗੁਰਾਂ ਦੇ ਨਾਲ ਹੋਰ ਵੀ ਜਿੰਨੇ ਰਿਖੀ ਮੁਨੀ ਸਨ, ਉਹਨਾਂ ਸਭਨਾਂ ਨੇ ਵੀ ਤਪੱਸਿਆ ਕੀਤੀ। ਉਹ ਸਾਰੇ ਮਹਾਰਾਜ ਦੇ ਨਾਲ ਜਨਮ ਧਾਰ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਲਈ ਆਏ। ਕਾਕਪਸੁੰਡ ਬਾਰੇ ਬੇਨਤੀ ਕਰ ਰਿਹਾ ਸੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਆਇਆ ਕਾਕਪਸੁੰਡ ਦਾ। ਜਦ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਗਏ, ਇੱਕ ਕਾਂ ਦੀ ਜੂਨ ਦੇ ਵਿੱਚ ਮਹਾਤਮਾ ਵਾਹਿਗੁਰੂ 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 ਦਾ ਜਾਪ ਕਰ ਰਿਹਾ ਸੀ। ਉਹਨੂੰ ਕਾਂ ਦੀ ਜੂਨ ਦੇ ਵਿੱਚ ਹੀ ਆਨੰਦ ਆ ਗਿਆ, ਉਹਨੇ ਜੂਨ ਛੱਡੀ ਹੋਈ ਨਹੀਂ ਕਾਂ ਦੀ। ਫਿਰ ਕੀ ਹੋਇਆ ਜੇ ਕਾਂ ਬਣਿਆ? ਰੱਬ ਦਾ ਨਾਮ ਤਾਂ ਹੈ। ਵੇਖੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਡੀ ਪਹਾੜੀ ਦੇ ਉੱਪਰ ਚੜ੍ਹ ਕੇ ਉਹਨੂੰ ਦਰਸ਼ਨ ਦੇਣ ਗਏ। ਤੁਸੀਂ ਦੱਸੋ ਕਿ ਕਿਹੜਾ ਕਿਹੜਾ ਰੱਬ ਦਾ ਨਾਮ ਲੈਣ ਵਾਲਾ ਸਵਰਗਾਂ ਨੂੰ ਨਹੀਂ ਗਿਆ? ਜਿਹੜਾ ਕਾਕਪਸੁੰਡ ਹੈ ਉਹ ਵੀ ਬੈਕੁੰਠ ਨੂੰ ਗਿਆ। ਅਤੇ ਇੱਕ ਹਾਥੀ ਦਾ ਜ਼ਿਕਰ ਆਉਂਦਾ ਹੈ, ਗਜਿੰਦਰ ਹਾਥੀ, ਜਿਹੜਾ ਹਰੀਹਰ ਖੇਤਰ ਦੇ ਵਿੱਚ ਪਾਣੀ ਪੀਣ ਲਈ ਜਾਂ ਇਸ਼ਨਾਨ ਕਰਨ ਲਈ ਵੜਿਆ ਸੀ। ਤੰਦੂਏ ਨੇ ਆਪਣੀਆਂ ਤਾਰਾਂ ਦੇ ਨਾਲ ਉਹਦੇ ਪੈਰ ਜਕੜ ਲਏ। ਉਹਨੇ ਵਿਚਾਰੇ ਨੇ ਜਦ ਡੁੱਬ ਗਿਆ ਸਾਰਾ ਹੀ, ਕੱਲੀਆਂ ਅੱਖਾਂ ਮੂੰਹ ਅਤੇ ਸੁੰਡੀ ਬਾਹਰ ਸੀਗੀ, ਉਹਨੂੰ ਹੋਰ ਕੁਝ ਨਹੀਂ ਸੁਝਿਆ। ਜ਼ੋਰ ਜ਼ਾਰ ਤਾਂ ਖਤਮ ਹੋ ਗਿਆ, ਸਮਝਿਆ ਵੀ ਹੁਣ ਤਾਂ ਮਰੇ ਹੀ ਆ। ਇੱਕ ਕਮਲ ਦਾ ਫੁੱਲ ਪਾਣੀ 'ਤੇ ਤਰਦਾ ਸੀ, ਉਹ ਸੁੰਡ ਦੇ ਨਾਲ ਫੜ ਕੇ ਅਤੇ ਪ੍ਰਭੂ ਦਾ ਭਗਵਾਨ ਦਾ ਧਿਆਨ ਧਰ ਕੇ ਅਰਪਣ ਕਰਕੇ ਉਹਨੇ ਪਤਾ ਨਹੀਂ ਕੀ ਅਰਦਾਸ ਕੀਤੀ ਹੋਏਗੀ। ਸਾਡੀ ਅਰਦਾਸ ਤਾਂ ਵੈਸੇ 3 ਮਿੰਟਾਂ ਦੀ ਹੋਣੀ ਚਾਹੀਦੀ ਹੈ, ਪਰ 5-7 ਮਿੰਟ ਤਾਂ ਮੈਨੂੰ ਵੀ ਲੱਗ ਜਾਂਦੇ ਨੇ। ਬਦੋ ਬਦੀ ਵਿੱਚ
ਅੱਗੇ ਵਧਾ ਕੇ ਬੇਨਤੀ ਕਰਨ ਨੂੰ ਦਿਲ ਕਰਦਾ ਹੈ। ਕਈ ਬਾਬੇ ਤਾਂ 15-15 ਮਿੰਟ ਉੱਥੇ ਖੜ੍ਹੇ ਰਹਿੰਦੇ ਨੇ, ਬੜਾ ਕੁਛ ਬੋਲਦੇ ਨੇ। ਗਰਮੀ ਦੇ ਵਿੱਚ ਭਾਵੇਂ ਕੋਈ ਵਿਚਾਰਾ ਡਿੱਗੀ ਪਏ, ਕਈ ਸਵੇਰੇ ਖਾ ਪੀ ਕੇ ਨਹੀਂ ਆਉਂਦੇ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ, ਜਿਨ੍ਹਾਂ ਗੁਰਦੁਆਰੇ ਸਾਹਿਬ ਆਉਣਾ ਹੈ ਉਹ ਨਾਸ਼ਤਾ ਕਰਕੇ ਆਇਆ ਕਰਨ। ਬੱਚੇ ਸਾਡੇ ਨੇ, ਪ੍ਰੇਅਰ ਦੇ ਵਿੱਚ ਕਈਆਂ ਨੂੰ ਮੈਂ ਡਿੱਗੇ ਵੇਖਿਆ, ਅਤੇ ਇਸ ਵਾਸਤੇ ਨਾਸ਼ਤਾ ਜ਼ਰੂਰੀ ਹੈ। ਇੱਕ ਵਾਰ ਮਾੜਾ ਮੋਟਾ ਕੁਝ ਖਾਧਾ ਪੀਤਾ ਹੋਏ, ਇੱਕ ਤਾਂ ਧਿਆਨ ਨਹੀਂ ਰਹਿੰਦਾ, ਨਹੀਂ ਤਾਂ ਖਾਣ 'ਚ ਹੀ ਧਿਆਨ ਲੱਗਾ ਰਹੂਗਾ। ਮੈਂ ਤਾਂ ਕਈ ਵਾਰ ਇਹ ਪਰਤਾਇਆ, ਛਕਣ 'ਚ ਹੀ ਧਿਆਨ ਲੱਗਾ ਰਹੂਗਾ ਵੀ ਛਕਣਾ ਹੈ ਛਕਣਾ। ਜੇ ਪਹਿਲਾਂ ਹੀ ਛਕ ਲਓ ਫਿਰ ਚੜ੍ਹਦੀ ਕਲਾ, ਉਹ ਸਰੀਰ ਵੀ ਤੰਦਰੁਸਤ ਰਹਿੰਦਾ। ਮਤਲਬ ਕਹਿਣ ਦਾ ਵੀ ਬਾਬੇ ਸਾਡੇ ਗੁਰਦੁਆਰਿਆਂ ਵਾਲੇ ਅਰਦਾਸ ਬੜੀ ਬੜੀ ਲੰਬੀ ਕਰਦੇ ਨੇ, ਆਪਣੇ ਕੋਲੋਂ ਬਥੇਰਾ ਕੁਛ ਲਾਈ ਜਾਂਦੇ ਨੇ। ਅਸਲ 'ਚ ਜਿੰਨਾ ਗੁਟਕਿਆਂ 'ਚ ਲਿਖਿਆ ਹੋਇਆ ਓਨੀ ਕੀ ਕਰਨੀ ਚਾਹੀਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਡੇਲੀ ਅਰਦਾਸ ਸੁਣਦੇ ਹੋ, ਇੱਕ ਵੀ ਅੱਖਰ ਉਹ ਵੱਧ ਘੱਟ ਨਹੀਂ ਬੋਲਦੇ, ਬਿਲਕੁਲ ਐਨ ਜਿਸ ਤਰ੍ਹਾਂ ਮੋਤੀ ਪਰੋਏ ਹੁੰਦੇ ਨੇ ਸੰਖੇਪ ਰੂਪ ਦੇ ਵਿੱਚ, ਕਿਉਂਕਿ ਸਭ ਕੁਛ ਹੀ ਪਹਿਲਾਂ ਆ ਜਾਂਦਾ। ਸਿੱਖਾਂ ਨੂੰ ਸਿੱਖੀ ਦਾਨ, ਨਾਮਦਾਨ, ਰਹਿਤ ਦਾਨ, ਕੇਸ ਦਾਨ, ਅਤੇ ਬਾਅਦ ਦੇ ਵਿੱਚ ਲੰਮਾ ਚੌੜਾ ਕਰਨ ਦਾ ਮਤਲਬ ਹੀ ਕੋਈ ਨਹੀਂ। ਅਸੀਂ ਪਾਪੀ ਹਾਂ ਜੀ, ਸਾਨੂੰ ਬਖਸ਼ ਲਓ ਜੀ, ਅਸੀਂ ਗੁਨਾਹਗਾਰ ਹਾਂ ਜੀ, ਅਸੀਂ ਇੰਝ ਜੀ, ਅਸੀਂ ਉਂਝ ਜੀ। ਉਹ ਜਿਹੜੀ ਬੇਨਤੀ ਕਰਨੀ ਬੰਦਾ ਇਕੱਲਾ ਜੋ ਮਰਜ਼ੀ ਕਰੀ ਜਾਏ, ਪਰ ਸੰਗਤ 'ਚ ਜਿਹੜੀ ਅਰਦਾਸ ਹੈ ਨਾ ਤਾਂ ਕਿਸੇ ਦਾ ਨਾਂ ਲੈਣਾ ਚਾਹੀਦਾ। ਇਸ ਗੁਰਦੁਆਰੇ 'ਚ ਮੇਰਾ ਬੜਾ ਦਿਲ ਲੱਗਾ। ਕਾਰਨ ਕੀ ਹੈ ਵੀ ਇੱਕ ਤਾਂ ਇੱਥੇ ਬਾਣੀ ਪੂਰੀ ਪੜ੍ਹਦੇ ਨੇ, ਅਤੇ ਇੱਕ ਪੂਰੀ ਮਰਜ਼ਾਦਾ ਚੋਲੇ ਦੇ ਵਿੱਚ, ਅਤੇ ਸੁਚਮਤਾ। ਤੀਜਾ ਇੱਥੇ ਪਖੰਡ ਘੱਟ ਹੀ ਹੈ, ਮਤਲਬ ਲੋਕਾਚਾਰੀ ਨਾਮ ਬੋਲੀ ਜਾਣੇ ਵੀ ਪੈਸੇ ਵੱਧ ਆਉਣ। ਕਈ ਵਾਰ ਬੇਨਤੀ ਕੀਤੀ ਸੀ ਵੀ ਨਾਮ ਨਾ ਲਈਏ, ਪ੍ਰਬੰਧਕ ਕਹਿੰਦੇ ਫਿਰ ਮਾਇਆ ਨਹੀਂ ਕੋਈ ਦਿੰਦਾ। ਲੰਗਰ ਦੀ ਸੇਵਾ ਜਾਂ ਹੋਰ ਸੇਵਾਵਾਂ ਸੰਗਤਾਂ ਕੋਲੋਂ ਲੈਣੀਆਂ ਹੁੰਦੀਆਂ। ਕਰਨੀ ਤਾਂ ਅਰਦਾਸ ਨਾਮਦਾਨ ਸਿੱਖੀ ਦੀ, ਅਤੇ ਉਹ ਲੋਕਾਂ ਦਾ ਕਿੱਡਾ ਵੱਡਾ ਚਿੱਠਾ ਪੜ੍ਹਨਾ ਪੈਂਦਾ। ਆਮ ਦੁਨੀਆ ਨੂੰ ਸਾਡੇ ਨਾਂ ਨਾਲ ਕੀ ਮਤਲਬ। ਹੁਣ ਜਤਿੰਦਰ ਸੋਹਣੇ ਲੰਗਰ ਕਰਾਇਆ, ਜਾਂ ਉਹਨੇ ਟੱਬ ਦਾਨ ਦਿੱਤਾ, ਜਾਂ ਪੱਖਾ ਚੜਾਇਆ, ਤੁਹਾਨੂੰ ਮੇਰੇ ਨਾਲ ਕੀ ਮਤਲਬ। ਸਿਰਫ ਇੰਨਾ ਕੀ ਆ ਵੀ ਮੇਰਾ ਨਾਂ ਤੁਹਾਡੇ 'ਚ ਪ੍ਰਸਿੱਧ ਹੋਵੇ ਵੀ ਫਲਾਣਾ ਬੰਦਾ, ਉਹਨੇ ਵੇਖੋ ਜੀ 50,000 ਦਿੱਤਾ ਜੀ, ਉਹਨੇ ਇੰਨੇ ਦਾ ਲੰਗਰ, ਇੰਨੇ। ਸਾਰੀ ਸੰਗਤ ਦੇ ਵਿੱਚ ਨਾਮ ਲੈਣਾ ਕੋਈ ਬਹੁਤੀ ਵਿਸ਼ੇਸ਼ਤਾ ਵਾਲੀ ਗੱਲ ਨਹੀਂ ਹੈ। ਉਹ ਅਰਦਾਸ ਲੰਬੀ ਹੁੰਦੀ ਹੈ। ਸੱਚਖੰਡ ਹਜ਼ੂਰ ਸਾਹਿਬ ਤੁਸੀਂ ਜਾਓ, ਉੱਥੇ ਕਿਸੇ ਦਾ ਨਾਮ ਨਹੀਂ ਲੈਂਦੇ। ਅਰਦਾਸ ਕਰਨ ਤੋਂ ਬਾਅਦ ਅਤੇ ਸੰਗਤ ਨੂੰ ਕਹਿੰਦੇ ਵੀ ਹੁਣ ਬੈਠ ਜਾਓ। ਸਾਰੀ ਸੰਗਤ ਨੂੰ ਬਿਠਾ ਕੇ ਫਿਰ ਸਪੀਕਰ ਫੜ ਕੇ ਫਿਰ ਉਹ ਅਰਦਾਸਾਂ ਕਰਨ ਲੱਗਦੇ ਨੇ ਵੀ ਫਲਾਣੇ ਨੇ ਇੰਨੇ ਦਿੱਤੇ, ਓਨੇ ਦਿੱਤੇ। ਉਹ ਗੱਲ ਵੱਖਰੀ ਹੈ। ਉਹ ਤਾਂ ਇੱਕ ਸਾਡਾ ਫਰਜ਼ ਵੀ ਬਣਦਾ ਹੈ ਕਿ ਸੰਗਤ ਦੀ ਅਰਦਾਸ ਕੀਤੀ ਜਾਏ, ਅਤੇ ਇਸ ਵਾਸਤੇ। ਪਰ ਜਿਹੜੀ ਸੰਗਤ ਦੇ ਵਿੱਚ ਸਮਾਗਮ ਦੀ ਅਤੇ ਜਾਂ ਨਿਤਨੇਮ ਦੀ ਅਰਦਾਸ ਹੈ, ਉਹਦੇ 'ਚ ਕਿਸੇ ਦਾ ਨਾਮ ਨਹੀਂ ਹੋਣਾ ਚਾਹੀਦਾ। ਹਰਿਮੰਦਰ ਸਾਹਿਬ ਤੁਸੀਂ ਸੁਣਦੇ ਹੋ, ਸਰਬ ਸਾਂਝੀ ਅਰਦਾਸ ਹੁੰਦੀ ਹੈ। ਤੋ ਕਹਿਣ ਤੋਂ ਭਾਵ ਕਿ ਬਹੁਤੀ ਲੰਮੀ ਚੌੜੀ ਜ਼ਰੂਰੀ ਨਹੀਂ ਵੀ ਅਰਦਾਸ ਸਾਡੀ ਮਹਾਰਾਜ ਸੁਣੇ, 2 ਅੱਖਰਾਂ ਦੀ ਵੀ ਸੁਣ ਸਕਦਾ। ਉਹ ਹਾਥੀ ਨੇ ਇਸ ਤਰ੍ਹਾਂ ਤਾਂ ਨਹੀਂ ਕਿਹਾ ਹੋਊਗਾ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਂਦੇ ਆਏ, ਜਾਂ 10 ਮਿੰਟ ਕੋਈ ਬਹੁਤੀ ਜ਼ਿਆਦਾ ਲੰਮੀ ਚੌੜੀ ਬੇਨਤੀ ਕਰਨ ਦਾ ਉਹਦੇ ਕੋਲ ਟਾਈਮ ਹੀ ਨਹੀਂ ਸੀਗਾ। 10 ਮਿੰਟਾਂ 'ਚ ਤਾਂ ਉਹ ਝੱਟ ਹੀ ਡੁੱਬ ਜਾਂਦਾ। ਸਕਿੰਟਾਂ ਮਿੰਟਾਂ ਦਾ ਕੰਮ ਸੀਗਾ। ਪਤਾ ਨਹੀਂ ਉਹਨੇ 2 ਅੱਖਰਾਂ 'ਚ ਵੀ ਕੀ ਆਖਿਆ ਹੋਏਗਾ। ਫੁੱਲ ਫੜ ਕੇ ਹਰੀ ਹਰ ਖੇਤਰ ਦੇ ਵਿੱਚ ਉੱਥੇ ਤੀਰਥ ਜਦ ਡੁੱਬ ਰਿਹਾ ਸੀ, ਅਤੇ ਮਹਾਰਾਜ ਨੂੰ ਉਹਨੇ 2 ਅੱਖਰਾਂ 'ਚ ਬੇਨਤੀ ਕੀਤੀ ਹੋਏਗੀ ਵੀ ਸੱਚੇ ਪਾਤਸ਼ਾਹ ਬਖਸ਼ ਲਓ। ਅਤੇ ਗਜੇਂਦਰ ਹਾਥੀ ਦੀਆਂ ਜਿਹੜੀਆਂ ਤੰਦੂਏ ਦੀਆਂ ਤਾਰਾਂ ਉਹ ਤੋੜ ਕੇ ਮਹਾਰਾਜ ਜੀ ਨੇ ਉਹਨੂੰ ਆਜ਼ਾਦ ਕੀਤਾ। ਵੇਖੋ ਭਗਤਾਂ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਖੱਗ ਤਨ
ਮੀਨ ਤਨ ਬਰਾ ਤਨ ਸਾਧੂ ਸੰਗ ਉਧਾਰੇ। ਪੰਛੀਆਂ ਦੇ ਸਰੀਰ ਦੇ ਵਿੱਚ ਕਾਕ ਪਸੁੰਡ ਔਰ ਰਾਮ ਜੀ ਨੂੰ ਜਿਸ ਜਟਾਊ ਪੰਛੀ ਨੇ ਰਾਵਣ ਦੀ CID ਦਿੱਤੀ ਕਿ ਹੇ ਰਾਮ ਜੀ, ਉਹ ਰਾਵਣ ਸੀਤਾ ਨੂੰ ਚੁਰਾ ਕੇ ਲਿਜਾ ਰਿਹਾ ਸੀਗਾ। ਉਹ ਜਟਾਊ ਵੀ ਤਾਂ ਇੱਕ ਪੰਛੀ ਸੀਗਾ। ਕਹਿੰਦਾ ਮੈਂ ਮੁਕਾਬਲਾ ਕੀਤਾ, ਵੇਖੋ ਮੈਨੂੰ ਲਹੂ ਲੁਹਾਨ ਕਰ ਸੁੱਟਿਆ, ਇੰਨੀ CID ਦੇ ਕੇ ਵਿਚਾਰਾ ਮਰ ਗਿਆ। ਅਤੇ ਰਾਮ ਜੀ ਨੇ ਉਹਦੇ 'ਤੇ ਕਿਰਪਾ ਕਰਕੇ ਉਹਨੂੰ ਵੀ ਤਾਰਿਆ, ਇੱਕ ਪੰਛੀ ਨੂੰ ਮੁਕਤ ਕਰ ਦਿੱਤਾ। ਵੇਖੋ ਉਹਦੀ ਸ਼ਰਧਾ ਸੀ ਭਗਵਾਨ ਦੇ ਚਰਨਾਂ ਦੇ। ਹਨੂੰਮਾਨ ਕੌਣ ਸੀਗਾ? ਉਹ ਵੀ ਤਾਂ ਇੱਕ ਬਾਂਦਰ ਹੀ ਸੀਗਾ, ਪੂਛ ਵਾਲਾ ਬਾਂਦਰ ਸੀਗਾ। ਉਹਦੇ ਇਲਾਵਾ ਹੋਰ ਬਾਂਦਰਾਂ ਦੀ ਸੈਨਾ ਜਿਨ੍ਹਾਂ ਰਾਮ ਦੀ ਮਦਦ ਕੀਤੀ, ਅਤੇ ਉਹ ਕਿਹੜਾ ਕਿਤੇ ਨਰਕਾਂ ਨੂੰ ਗਏ, ਉਹ ਵੀ ਤਾਂ ਸਾਰੇ ਵੈਕੁੰਠ ਨੂੰ ਹੀ ਗਏ ਹੋਣਗੇ। ਉਹਨਾਂ ਦਾ ਵੀ ਪਾਰ ਉਤਾਰਾ ਕੀਤਾ ਭਗਵਾਨ ਨੇ। ਸਾਡੇ ਪਿੰਡ ਮੰਦਿਰ ਹੈ ਅਤੇ ਗੇਟ 'ਤੇ ਹੀ ਹਨੂੰਮਾਨ ਦੀ ਮੂਰਤੀ ਲੱਗੀ ਹੋਈ ਹੈ। ਕਹਿਣ ਦਾ ਭਾਵ ਇਹ ਹੈ ਕਿ ਹਨੂੰਮਾਨ ਰਾਮ ਜੀ ਦੇ ਦਰਵਾਜ਼ੇ 'ਤੇ ਅੱਜ ਵੀ ਖੜਾ ਹੈ। ਅਤੇ ਰਾਮ ਕਿੱਥੇ ਰਹਿੰਦਾ? ਰਾਮ ਵੈਕੁੰਠ 'ਚ ਹੀ ਤਾਂ ਰਹਿੰਦਾ ਹੈ, ਅਤੇ ਹਨੂੰਮਾਨ ਵੀ ਜੇ ਉਹਦੇ ਦਰਵਾਜ਼ੇ 'ਤੇ ਖੜਾ ਹੈ ਤਾਂ ਉਹ ਵੀ ਵੈਕੁੰਠ ਵਿੱਚ ਹੀ ਹੈ। ਬਹੁਤਾ ਲੰਮਾ ਚੌੜਾ ਕੋਈ ਭਗਤੀ ਜਾਂ ਤਪ ਦੀ ਲੋੜ ਨਹੀਂ ਹੁੰਦੀ, ਗੱਲ ਭਾਵਨਾ ਦੀ ਹੁੰਦੀ, ਪ੍ਰੇਮ ਦੀ ਹੁੰਦੀ ਹੈ, ਸ਼ਰਧਾ ਦੀ ਹੁੰਦੀ ਹੈ। ਹਨੂੰਮਾਨ ਨੇ ਵੇਖੋ ਸ਼ਰਧਾ ਭਾਵਨਾ ਦੇ ਨਾਲ ਸੀਤਾ ਦੀ ਖਬਰ ਲਿਆਂਦੀ, ਅਤੇ ਰਾਮ ਨੇ ਉਹਨੂੰ ਕਛਹਿਰਾ ਦਿੱਤਾ। ਬਾਕੀ ਕੱਪੜੇ ਪਾਏ ਅਤੇ ਉਹਦੇ ਸਰੀਰ ਨੂੰ ਅੱਗ ਲੱਗਦੀ ਸੀਗੀ, ਬਾਕੀ ਤਾਂ ਸਭ ਨੰਗਾ ਤੁਸੀਂ ਦੇਖੋਗੇ। ਇੱਕ ਕਛਹਿਰਾ ਰਾਮ ਜੀ ਦਾ ਉਹਦੇ ਅੱਜ ਤੱਕ ਕੰਮ ਆ ਰਿਹਾ। ਖੱਗ ਤਨ ਮੀਨ ਤਨ ਬਰਾ ਤਨ ਸਾਧੂ ਸੰਗ ਉਧਾਰੇ। ਕਲਗੀਧਰ ਮਹਾਰਾਜ ਜੀ ਦਾ ਘੋੜਾ, ਸੱਚੇ ਪਾਤਸ਼ਾਹ ਜੀ ਦਾ ਬਾਜ, ਉਹ ਕਿਤੇ ਨਰਕਾਂ ਨੂੰ ਗਿਆ ਹੋਊਗਾ? ਉਹ ਵੀ ਤਾਂ ਬੈਕੁੰਠ ਨੂੰ ਹੀ ਗਿਆ। ਜਿਹੜਾ ਬਰਾ ਅਵਤਾਰ ਹੋਇਆ ਹੈ ਉਹ ਵੀ ਤਾਂ ਸੂਰ ਦਾ ਸਰੀਰ ਸੀਗਾ। ਨਰ ਸਿੰਘ ਵੀ ਤਾਂ ਅੱਧਾ ਸ਼ੇਰ ਅਤੇ ਅੱਧਾ ਮਨੁੱਖ ਦਾ ਧੜ ਸੀਗਾ। ਅਤੇ ਇੱਕ ਮੱਛ ਅਵਤਾਰ ਹੋਇਆ ਹੈ। ਤੋ ਇੰਝ ਤੁਸੀਂ ਦੱਸੋ ਭਾਈ, ਬੰਦਾ ਚੰਗਾ ਭਲਾ ਨਹਾ ਧੋ ਕੇ ਗੁਰਦੁਆਰੇ ਆ ਕੇ ਜੇ ਮਾਲਾ ਫੇਰੂਗਾ, ਨਿਤਨੇਮ ਕਰੂਗਾ, ਬਾਣੀ ਪੜੂਗਾ, ਵਾਹਿਗੁਰੂ ਵਾਹਿਗੁਰੂ ਕਰੇਗਾ, ਉਹ ਕਿਉਂ ਨਹੀਂ ਤਰੇਗਾ? ਦੱਸੋ ਕਿਉਂ ਨਹੀਂ ਮੁਕਤ ਹੋਏਗਾ? ਇਹਦੇ 'ਚ ਕਾਹਦੀ ਸ਼ੰਕਾ ਹੈ? ਪਸ਼ੂਆਂ ਦੀ ਜੋਨ ਵਾਲੇ, ਪੰਛੀਆਂ ਦੀ ਜੋਨ ਦੇ ਵਿੱਚ ਮੱਛੀ ਕੀ, ਸੂਰ ਕੀ, ਇਹ ਸਾਰੇ ਹੀ ਮਹਾਰਾਜ ਦੇ ਨਾਮ ਕਰਕੇ, ਸ਼ਰਧਾ ਭਾਵਨਾ ਕਰਕੇ ਬੈਕੁੰਠ ਨੂੰ ਚਲੇ ਗਏ। ਅਤੇ ਆਪਾਂ ਭਲਾ ਕਿਸੇ ਦਾ ਕੀ ਬੁਰਾ ਕੀਤਾ? ਰੱਬ ਦਾ ਕੀ ਵਿਗਾੜਿਆ ਵੀ ਸਾਨੂੰ ਨਹੀਂ ਤਾਰੇਗਾ? ਆਪਾਂ ਤਾਂ ਸੱਚੇ ਮਨੋਂ ਅਰਦਾਸ ਕਰਦੇ ਹਾਂ, ਸੱਚੇ ਮਨੋਂ ਵਾਹਿਗੁਰੂ ਦਾ ਨਾਮ ਜਪਦੇ ਹਾਂ। ਜੈਸੇ 68 ਤੀਰਥ ਪਰਸ ਕੀਓ, जुग चार चरियो कैलाश रहियो। जैसे कोट बरसता गुरदमुखी वह संतर में तनदा दयो। जैसे लाख बार कुरुक्षेत्र में असमेध जग अपंग ठयो। फुण अमृत नाम शेष इति जिन एक बार श्री वाहिगुरु कहो। गज के कहो सतनाम श्री वाहिगुरु। एक बार फिर आखो सतनाम श्री वाहिगुरु कहण दे नाल सुने 68 का इशनान। 68 तीर्थां ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਪ੍ਰਾਪਤ ਹੋ ਜਾਂਦਾ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗਿਆਨ ਧਿਆਨ ਤਤ ਸਿਧਾਂਤ ਨੂੰ ਜਾਣਨ ਦੀ ਬੁੱਧੀ ਪ੍ਰਾਪਤ ਘਰ ਬੈਠਿਆਂ ਹੋ ਜਾਂਦੀ। ਇਹ ਮਹਾਰਾਜ ਦੇ ਨਾਮ ਦੀਆਂ ਤਾਕਤਾਂ। ਤਪ ਵੀ ਸਮਝ ਲਓ ਕਰ ਲਿਆ ਕਰੋੜਾਂ ਸਾਲ, ਤੇ ਦਾਨ ਪੁੰਨ ਵੀ ਕਰ ਲਏ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਕਿਉਂ ਭਲਾ ਨਾਮ ਉੱਪਰ ਹੈ? ਕਿਉਂਕਿ ਜਿਹੜੇ ਦਾਨ ਤੇ ਪੁੰਨ ਕਰਦੇ ਨੇ ਉਹ ਸਵਰਗਾਂ 'ਚ ਜਾਂਦੇ ਨੇ, ਜਿਹੜੇ ਤਪ ਕਰਦੇ ਨੇ ਉਹ ਬ੍ਰਹਮ ਲੋਕ ਵਿੱਚ ਜਾਂਦੇ ਨੇ, ਤੇ ਜਿਹੜੇ ਜੋਗੀ ਲੋਕ ਨੇ ਗੋਰਖਨਾਥ ਸ਼ਿਵ ਜੀ ਦੇ ਚੇਲੇ ਯੋਗਾ ਅਭਿਆਸ ਕਮਾਉਂਦੇ ਨੇ, ਉਹ ਸ਼ਿਵ ਜੀ ਦੇ ਲੋਕ ਦੇ ਵਿੱਚ ਸ਼ਿਵਪੁਰੀ ਦੇ ਵਿੱਚ ਜਾਂਦੇ। ਪਰ ਜਿਹੜੇ ਸਾਧ ਸੰਗਤ ਕਰਦੇ ਨੇ, ਪ੍ਰਭੂ ਦਾ ਨਾਮ ਜਪਦੇ ਨੇ, ਇੱਕ ਵਾਹਿਗੁਰੂ ਦੇ ਲੜ ਲੱਗੇ ਹੋਏ ਨੇ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਜਾਗਤ ਜੋਤ ਜਪੈ ਨਿਸੁਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ,
पूरन प्रेम प्रतीत सजै व्रत गोर मड़ी मट भूल न मानै तीर्थ दान दया तप संजम एक बिना न एक पछानै पूरन जोत जगह घट मैं तब खालस ताहे न खालस जानै। ਜਿਹੜਾ ਨਾਮ ਜਪਣ ਵਾਲਾ ਹੈ, ਸੰਗਤ ਕਰਨ ਵਾਲਾ, ਕਥਾ ਕੀਰਤਨ ਵਾਲਾ, ਗੁਰਬਾਣੀ ਵਾਲਾ ਬੰਦਾ ਹੈ, ਉਹ ਸਿੱਧਾ ਸੱਚਖੰਡ ਨੂੰ ਚੜ੍ਹਦਾ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਦਾ ਜਿਹੜਾ ਆਸਰਾ ਲੈਂਦੇ, ਜਿਸ ਧੁਰ ਸੱਚਖੰਡ ਤੋਂ ਆਈ ਹੈ, ਗੁਰਬਾਣੀ ਉੱਥੇ ਹੀ ਪੜ੍ਹਨ ਵਾਲੀ ਨੂੰ ਲੈ ਜਾਂਦੀ ਹੈ। ਇਉਂ ਕਲਗੀਧਰ ਮਹਾਰਾਜ ਜੀ ਜਦ ਸੱਚਖੰਡ ਵਾਹਿਗੁਰੂ ਨੇ ਬੁਲਾਏ ਤੇ ਗੁਰੂ ਸਾਹਿਬ ਨੂੰ ਹੁਕਮ ਹੋਇਆ ਕਿ ਤੁਸਾਂ ਨੇ ਕਲਯੁਗੀ ਜੀਵਾਂ ਦੀ ਉਧਾਰ ਲਈ ਅਵਤਾਰ ਧਾਰਨਾ ਹੈ। ਤੇ ਆ ਕੇ ਮਹਾਰਾਜ ਨੇ ਮਹਾਤਮਾ ਨੂੰ ਫਤਿਹ ਬੁਲਾਈ। ਆਖਿਆ ਸੰਤੋ ਭਗਤੋ ਮੈਨੂੰ ਛੁੱਟੀ ਦਿਓ ਤੇ ਮੈਂ ਹੁਣ ਕਲਯੁਗ ਦੇ ਵਿੱਚ ਮਾਤਲੋਕ ਦੀ ਧਰਤੀ 'ਤੇ ਜਾਣਾ ਹੈ। ਵਾਹਿਗੁਰੂ ਦਾ ਹੁਕਮ ਹੋ ਗਿਆ। ਕਹਿੰਦੇ ਫਿਰ ਮਹਾਰਾਜ ਸਾਨੂੰ ਵੀ ਨਾਲ ਲੈ ਕੇ ਜਾਓ। ਇੰਜ ਉਹ ਵੀ ਮਹਾਰਾਜ ਦੇ ਨਾਲ ਪਿਆਰੇ ਦਿਆ ਸਿੰਘ, ਧਰਮ ਸਿੰਘ, ਜਿੰਨੇ ਵੀ ਸਿੱਖ ਸਾਧੂ ਸੰਤ, ਇਹ ਜਿੰਨੇ ਕੁਰਬਾਨੀਆਂ ਵਾਲੇ ਮਹਾਰਾਜ ਦੇ ਨਾਲ ਰਹੇ, ਉਹ ਸਾਰੇ ਸਾਧੂ ਸੰਤ ਸੀਗੇ, ਭਗਤੀ ਵਾਲੇ ਸੀ, ਹੇਮਕੁੰਡ ਵਾਲੇ ਸਾਰੇ ਸੀ। ਉਹਨਾਂ ਹੀ ਸੇਵਾਵਾਂ ਕੀਤੀਆਂ। ਮੇਰੇ ਵਰਗੇ ਨੇ ਭਲਾ ਗੁਰੂ ਗੋਬਿੰਦ ਸਿੰਘ ਦੀ ਕੀ ਸੇਵਾ ਕਰ ਲੈਣੀ ਆ? ਸਾਨੂੰ ਤਾਂ ਇੱਕ ਟਾਈਮ ਰੋਟੀ ਨਾ ਮਿਲੇ ਆਪਾਂ ਮਹਾਰਾਜ ਨੂੰ ਬੁਰਾ ਭਲਾ ਕਹਿਣ ਲੱਗ ਪੈਂਦੇ ਆ ਵੀ ਮਹਾਰਾਜ ਨੇ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਸਿੱਖ ਵੇਖੋ 8 ਮਹੀਨੇ ਭੁੱਖੇ ਰਹਿ ਕੇ ਵੀ ਸਤਿਗੁਰੂ ਦੇ ਨਾਲ ਚਮਕੌਰ ਦੀ ਜੰਗ ਦੇ ਵਿੱਚ ਫਿਰ ਜਾਨਾਂ ਖੋਲ੍ਹ ਕੇ ਲੜੇ, ਕੁਰਬਾਨੀਆਂ ਕਰ ਗਏ। ਉਹ ਸਾਧੂ ਸੰਤ ਹੀ ਸੀਗੇ, ਭਗਤੀ ਵਾਲੇ। ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਮਹਾਰਾਜ ਦੀ ਸੇਵਾ ਨਿਭਾਉਣੀ। ਅਤੇ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਹਨ, ਭਗਤ ਨਾਮਦੇਵ ਜੀ ਗੁਰਮਤਿ ਰਾਮ ਕਹਿ ਕੋ ਨਾ ਬੈਕੁੰਠ ਗਏ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਗੁਰੂ ਦੀ ਮੱਤ ਧਾਰਨ ਕਰਕੇ ਤੁਸੀਂ ਦੱਸੋ, ਨਾਮ ਜਪ ਕੇ ਕਿਹੜੇ ਕਿਹੜੇ ਬੈਕੁੰਠ ਨੂੰ ਨਹੀਂ ਗਏ, ਸਾਰੇ ਹੀ ਸੱਚਖੰਡ ਚਲੇ ਗਏ। ਤੀਨ ਛੰਦੇ ਖੇਲ ਆਛੈ। ਸੰਸਾਰ ਦੇ ਵਿੱਚ ਸਾਧ ਸੰਗਤ ਜੀ ਉਹ 3 ਪ੍ਰਕਾਰ ਦਾ ਖੇਲ ਚੱਲ ਰਿਹਾ। ਇਹ ਸ਼ਬਦ ਤੀਸਰਾ ਹੈ। 2 ਸ਼ਬਦਾਂ ਦੀ ਕਥਾ ਆਪ ਸੁਣ ਚੁੱਕੇ ਹੋ। ਪਹਿਲਾ ਸ਼ਬਦ ਸੀ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਅਤੇ ਆਹ ਜਿਹੜਾ ਦੂਜਾ ਸ਼ਬਦ ਹੈ, ਭਗਤ ਨਾਮਦੇਵ ਜੀ ਨੇ ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਇਹ ਉਚਾਰਿਆ। ਤੀਜਾ ਸ਼ਬਦ ਹੈ ਤੀਨ ਛੰਦੇ ਖੇਲ ਆਸ਼ੈ ਵਾਲਾ। ਜਿਹੜੇ ਗੁਰੂਆਂ ਦੀ ਬਾਣੀ ਵਾਲੇ ਸ਼ਬਦ ਹਨ, ਉੱਥੇ ਧਨਾਸਰੀ ਮਹੱਲਾ 5ਵਾਂ ਜਾਂ ਟੋਡੀ ਮਹੱਲਾ 5ਵਾਂ, ਇਹ ਤੋਂ ਪਤਾ ਚੱਲ ਜਾਂਦਾ ਕਿ ਸ਼ਬਦ ਚੇਂਜ ਹੋਇਆ, ਪਰ ਭਗਤ ਬਾਣੀ 'ਚ ਪਤਾ ਨਹੀਂ ਲੱਗਦਾ। ਮੇਰੀ ਸੰਬੜ ਪਾਠ ਦੀ ਜਦ ਡਿਊਟੀ ਲੱਗੀ ਅਤੇ ਗੁਰਮੁਖ ਪਿਆਰਿਆਂ ਨੇ, ਜਥੇਦਾਰਾਂ ਨੇ ਸਮਝਾਇਆ ਕਿ ਸੰਬੜ ਲਾਉਂਦਿਆਂ ਹੋਇਆਂ ਜੇ ਪਤਾ ਨਾ ਚੱਲੇ ਕਿ ਸ਼ਬਦ ਚੇਂਜ ਹੋ ਗਿਆ, ਕਿਉਂਕਿ ਸ਼ਬਦ ਦੀ ਸਮਾਪਤੀ 'ਤੇ ਸੰਬੜ ਪੜ੍ਹਨਾ ਹੁੰਦਾ ਹੈ, ਇਹ ਨਿਸ਼ਾਨੀ ਰੱਖਣੀ ਹੈ ਕਿ ਉੱਥੇ ਜ਼ਿਆਦਾ ਨੰਬਰ ਆਉਣਗੇ। ਮਤਲਬ ਇਹ ਸ਼ਬਦ 2-2 ਪੌੜੀਆਂ ਵਾਲੇ ਨੇ, 2-2 ਪਦਿਆਂ ਵਾਲੇ। ਅਤੇ ਜਦੋਂ ਪਹਿਲੀ ਪੌੜੀ ਸਮਾਪਤ ਹੁੰਦੀ ਫਿਰ 1 ਅੰਕ ਆਉਂਦਾ, ਜਾਂ ਦੂਜੀ ਹੁੰਦੀ ਫਿਰ ਦੂਜਾ ਆਉਂਦਾ, ਅਤੇ 2 ਦੇ ਨਾਲ ਫਿਰ 2 ਹੈ, ਭਾਵ ਜ਼ਿਆਦਾ ਅੰਕ ਨੇ, ਭਾਵ ਕਿ ਦੂਜਾ ਸ਼ਬਦ ਸੰਪੂਰਨ ਹੋਇਆ। 2 ਅੰਕ ਦਾ ਭਾਵ ਹੈ 2 ਪਦੇ, ਅਤੇ ਦੂਜੇ 2 ਦਾ ਭਾਵ ਹੈ ਕਿ ਦੂਜਾ ਸ਼ਬਦ। ਕਿਉਂ ਜਿੱਥੇ ਬਹੁਤੇ ਅੰਕ ਹੋਣ ਸਮਝ ਲਓ ਵੀ ਉੱਥੇ ਸ਼ਬਦ ਸੰਪੂਰਨ ਹੋ ਗਿਆ। ਇੱਥੇ ਨਵਾਂ ਸ਼ਬਦ ਪ੍ਰਾਰੰਭ ਹੋਇਆ ਹੈ, ਤੀਨ ਛੰਦੇ ਖੇਲ ਆਸ਼ੈ। ਸੰਸਾਰ ਦੇ ਵਿੱਚ 3 ਪ੍ਰਕਾਰ ਦਾ ਖੇਲ ਚੱਲ ਰਿਹਾ। ਕੋਈ ਤਾਂ ਰਾਜਸੀ ਸੁਭਾਅ ਵਾਲਾ ਹੈ, ਸੋਹਣੇ ਸੋਹਣੇ ਕੱਪੜੇ ਪਾਉਣੇ, ਗਹਿਣੇ ਪਾਉਣੇ, ਚੰਗਾ ਚੋਖਾ ਖਾਣਾ, ਅਤੇ ਉਹ ਭਾਵੇਂ ਸਿਰ 'ਤੇ ਕਰਜ਼ਾ ਚੜ੍ਹ ਜਾਏ, ਅਤੇ ਪਰ ਸਾਡੇ ਹਾਰ ਸ਼ਿੰਗਾਰ ਦੇ ਵਿੱਚ ਜਾਂ ਟੌਰ ਟਪੱਕੇ 'ਚ ਫਰਕ ਨਹੀਂ ਪੈਣਾ ਚਾਹੀਦਾ। ਕੋਈ ਧੀ ਪੁੱਤ ਮੁੰਡੇ ਕੁੜੀ ਦਾ ਵਿਆਹ ਹੈ ਅਤੇ ਖੁੱਲ੍ਹੇ ਦਿਲ ਦੇ ਨਾਲ ਸ਼ਰਾਬਾਂ ਕਬਾਬਾਂ ਚਲਾਓ, ਪੈਲਸ ਬੁੱਕ ਕਰੋ। ਹੁਣ ਤਾਂ ਮਾਹੌਲ ਵੈਸੇ ਹੀ ਚੇਂਜ ਹੋ ਗਿਆ ਅਤੇ ਸਭ ਕੁਛ ਹੀ ਬੰਦ ਹੋ ਗਿਆ। ਪਹਿਲਾਂ ਬੜਾ ਫਜ਼ੂਲ ਦਾ ਖਰਚਾ ਸੀਗਾ। ਇਹ ਰਾਜਸੀ ਸੁਭਾਅ ਹੈ।
ਰਾਜਿਆਂ ਵਰਗਾ ਠਾਠ ਬਾਠ, ਤਾਮਸੀ ਸੁਭਾਅ, ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਰਹਿਣਾ, ਹਮੇਸ਼ਾ ਲੜਦੇ ਝਗੜਦੇ ਰਹਿਣਾ। ਸ਼ਾਂਤਗੀ ਸੁਭਾਅ, ਕੱਪੜੇ ਤਾਂ ਚਿੱਟੇ ਪਾਉਣੇ ਪਰ ਮਨ 'ਚ ਸਤਿਕਾਰ ਦੀ ਇੱਛਾ ਹੋਣੀ। ਇਉਂ ਮਨੁੱਖਾਂ ਦੇ 3 ਪ੍ਰਕਾਰ ਦੇ ਸੁਭਾਅ ਹਨ। ਇਹ ਸਮਝ ਲਓ ਵੀ ਖੇਡ ਹੋ ਰਹੀ ਹੈ, ਕਿਉਂਕਿ ਇਹਨਾਂ ਤਿੰਨਾਂ ਤੋਂ ਸੰਸਾਰੀ ਜੀਵਾਂ ਦੀ ਉਤਪਤੀ ਹੋਈ ਹੈ। ਇਸੇ ਪ੍ਰਕਾਰ ਤੀਨ ਛੰਦੇ ਖੇਲ ਅਛੈ, ਕਰਮ, ਉਪਾਸਨਾ ਤੇ ਗਿਆਨ, ਇਹਨਾਂ ਤਿੰਨਾਂ ਛੰਦੇ ਭਾਗਾਂ ਦਾ ਸੁੰਦਰ ਖੇਲ ਹੋ ਰਿਹਾ ਹੈ। ਇਸੇ ਪ੍ਰਕਾਰ ਤੀਨ ਛੰਦੇ ਖੇਲ ਅਛੈ, ਵੇਦ ਦੇ ਵਿੱਚ 3 ਪ੍ਰਕਾਰ ਕਰਮ, ਉਪਾਸਨਾ ਤੇ ਗਿਆਨ ਦਾ ਸ੍ਰੇਸ਼ਟ ਖੇਲ ਹੋ ਰਿਹਾ ਹੈ। ਇਸੇ ਪ੍ਰਕਾਰ ਤੀਨ ਛੰਦੇ ਖੇਲ ਅਛੈ। ਭਗਤ ਨਾਮਦੇਵ ਜੀ ਕਥਨ ਕਰਦੇ ਕਿ ਹੁਣ ਅਸੀਂ ਸ਼ਬਦ ਦੇ ਵਿੱਚ 3 ਪ੍ਰਕਾਰ ਦੇ ਛੰਦਾਂ ਦਾ ਸੁੰਦਰ ਖੇਡ ਦੱਸਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਵੇਂ ਕਿਸੇ ਲੈਟਰ ਦਾ ਸਬਜੈਕਟ ਹੁੰਦਾ, ਕਿਸੇ ਐਸੇ ਦਾ ਟਾਈਟਲ ਹੁੰਦਾ ਹੈ, ਜਿਹਦੇ ਤੋਂ ਸਭ ਕੁਝ ਪਤਾ ਚੱਲਦਾ ਕਿ ਇਹਦੇ ਵਿੱਚ ਆਹ ਕੁਝ ਲਿਖਿਆ ਹੈ। ਇਉਂ ਰਹਾਉ ਵਾਲੀ ਪੰਕਤੀ ਸਮਝ ਲਓ ਕਿ ਸ਼ਬਦ ਦਾ ਟਾਈਟਲ ਹੈ, ਸਿਧਾਂਤ ਹੈ। ਕੁੰਭਾਰ ਕੇ ਕਰ ਹਾਂਡੇ ਅਛੈ, ਘੁਮਿਆਰ ਦੇ ਘਰ ਵਿੱਚ ਮਿੱਟੀ ਦੀ ਤੌੜੀ ਆਦਿਕ ਭਾਂਡੇ ਚੰਗੇ ਲੱਗਦੇ ਨੇ। ਭਾਵ ਘੁਮਿਆਰ ਦਾ ਘਰ ਮਿੱਟੀ ਦੇ ਭਾਂਡਿਆਂ ਨਾਲ ਹੀ ਸਜਦਾ ਹੈ। ਰਾਜਾ ਕੇ ਘਰ ਸਾਂਡੀ ਗੋ, ਰਾਜਾ ਬਾਦਸ਼ਾਹ ਦੇ ਘਰ ਵਿੱਚ ਹਸਤਨੀ, ਹਾਥੀ ਆਦਿਕਾਂ ਵਾਲੀ ਸੈਨਾ ਜਾਂ ਰਾਜਨੀਤੀ ਦੀ ਵਿਦਿਆ ਆਦਿਕ ਗੋ ਕਥਨ ਹੋਵੇ ਤਾਂ ਰਾਜਿਆਂ ਦੇ ਘਰ ਸਜਦੇ ਫੱਬਦੇ ਨੇ। ਬਾਮਨ ਕੇ ਘਰ ਰਾਂਡੇ ਅਛੈ, ਬਾਹਮਣ, ਬ੍ਰਾਹਮਣਾਂ ਦੇ ਘਰ ਰੰਡੀਆਂ ਇਸਤਰੀਆਂ ਚੰਗੀਆਂ ਲੱਗਦੀਆਂ, ਕਿਉਂਕਿ ਉਹ ਲੋਕ ਜਿਸ ਬੀਬੀ ਦਾ ਪਤੀ ਚੜ੍ਹਾਈ ਕਰ ਜਾਏ ਤੇ ਉਹਨੂੰ ਵਿਧਵਾ ਹੀ ਰੱਖਦੇ ਨੇ। ਬ੍ਰਾਹਮਣੀ ਜਾਣ ਕੇ ਨਿਆਉਂਦੇ ਖਵਾਉਂਦੇ ਨੇ, ਵਿਧਵਾ ਬ੍ਰਾਹਮਣੀ ਜਾਣ ਕੇ ਉਹ ਵਿਚਾਰੀ ਦਾ ਵਿਆਹ ਨਹੀਂ ਕਰਦੇ, ਭਾਵੇਂ ਜਵਾਨੀ ਦੇ ਵਿੱਚ ਹੀ ਉਹਦਾ ਪਤੀ ਮਰ ਜਾਏ। ਜਿਵੇਂ ਜੱਲਨ ਨੇ ਕਿਹਾ, ਕਾਜੀ ਦੇ ਘਰ ਪਿੱਟਣਾ ਤੇ ਬਾਹਮਣਾਂ ਦੇ ਘਰ ਹੰਡ, ਚੱਲ ਜਲਣਾ ਘਰ ਆਪਣੇ, ਸਾਹ ਸੋਧਨ ਸੰਗ। ਗੁਰਮਤਿ ਦਾ ਇਹ ਅਸੂਲ ਹੈ ਕਿ ਜੰਮਣ ਤੇ ਮਰਨ ਵਾਹਿਗੁਰੂ ਦੇ ਹੱਥ ਹੈ। ਰੱਬ ਨਾ ਕਰੇ ਸਾਰਿਆਂ ਦੇ ਸੁਹਾਗ ਪਤੀ ਜਿਉਂਦੇ ਰਹਿਣ। ਕਿਸੇ ਕਾਰਨ ਕਰਕੇ, ਕੋਈ ਐਕਸੀਡੈਂਟ ਜਾਂ ਕੋਈ ਬਿਮਾਰੀ ਕਾਰਨ ਕਿਸੇ ਬੀਬੀ ਦਾ ਪਤੀ ਰੱਬ ਨੂੰ ਪਿਆਰਾ ਹੋ ਗਿਆ ਤਾਂ ਉਹਦੇ ਮਾਨਸਿਕ ਅਵਸਥਾ ਨੂੰ ਭਾਂਪਦਿਆਂ ਉਹਦੀ ਨਾਲ ਸਲਾਹ ਮਸ਼ਵਰਾ ਕਰਕੇ ਉਹਦਾ ਨਵਾਂ ਘਰ ਵਸਾ ਦੇਣਾ ਚਾਹੀਦਾ। ਕਿਸੇ ਨਵੇਂ ਪੁਰਖ ਦੇ ਨਾਲ ਤੇ ਉਹਦੇ ਸੰਬੰਧ ਜੋੜ ਕੇ ਆਨੰਦ ਕਾਰਜ ਕਰ ਦੇਣਾ ਚਾਹੀਦਾ। ਇਹਦਾ ਕੋਈ ਹਰਜ ਨਹੀਂ ਹੈ, ਕਿਉਂਕਿ ਮਰਦਿਆਂ ਦੇ ਨਾਲ ਤਾਂ ਕੋਈ ਮਰਦਾ ਨਹੀਂ। ਸਾਰੀ ਜ਼ਿੰਦਗੀ ਰੋਣ ਦਾ ਕੋਈ ਫਾਇਦਾ ਨਹੀਂ, ਜ਼ਿੰਦਗੀ ਆਪੋ ਆਪਣੀ ਹੈ। ਤਾਂ ਇਸ ਵਾਸਤੇ ਜਿਹੜੇ ਬ੍ਰਾਹਮਣ ਨੇ ਉਹ ਵਿਧਵਾ ਰੱਖਦੇ ਹਨ। ਇਸੇ ਪ੍ਰਕਾਰ ਬਾਮਨ ਕੇ ਘਰ ਰਾਂਡੇ ਅਛੈ, ਬ੍ਰਾਹਮਣ ਦੇ ਘਰ ਰਾਂਡੀ ਦਾ ਮਤਲਬ ਇਸਤਰੀ ਚੰਗੀ ਹੈ, ਕਿਉਂਕਿ ਰੰਡੇ ਬ੍ਰਾਹਮਣ ਨੂੰ ਦਾਨ ਦੇਣਾ ਮਨਾ ਹੈ। ਜਿਹੜਾ ਵਿਆਹਿਆ ਹੋਇਆ ਬ੍ਰਾਹਮਣ ਹੈ ਉਹਨੂੰ ਦਾਨ ਦੇਣਾ ਚੰਗਾ ਸਮਝਦੇ ਨੇ। ਇਸੇ ਪ੍ਰਕਾਰ ਬਾਮਨ ਕੇ ਘਰ ਰਾਂਡੇ ਅਛੈ, ਬ੍ਰਾਹਮਣਾਂ ਦੇ ਘਰ ਰਾਂਡੀ ਦਾ ਮਤਲਬ ਹੈ ਪੱਤਰੀ, ਇਹ ਚੰਗੀ ਲੱਗਦੀ ਹੈ। ਕਹਿੰਦੇ ਨੇ, ਰਾਹੂ ਕੇਤੂ ਦੋਈ ਬੈਲ ਹਮਾਰੇ, 60 ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਜੇ ਬ੍ਰਾਹਮਣ ਦੇ ਕੋਲ ਪੱਤਰੀ ਨਹੀਂ, ਉਹ ਬ੍ਰਾਹਮਣ ਕਾਹਦਾ ਹੋਇਆ? ਝੂਠ ਫਰੇਬ ਬੋਲ ਕੇ ਹੀ ਤਾਂ ਫਿਰ ਗੁਜ਼ਾਰਾ ਚੱਲਦਾ ਪੱਤਰੀ ਦੇ ਨਾਲ ਹੀ। ਤੋ ਇੰਜ ਇਸੇ ਤਰ੍ਹਾਂ ਬਾਮਨ ਕੇ ਘਰ ਰਾਂਡੇ ਅਛੈ, ਬ੍ਰਹਮ ਵਿਦਿਆ ਹੀ ਉਹਨਾਂ ਦੇ ਘਰ ਚੰਗੀ ਹੈ। ਭਾਵ ਬ੍ਰਾਹਮਣਾਂ ਦੇ ਘਰ ਪੱਤਰੀ ਜਾਂ ਬ੍ਰਹਮ ਵਿਦਿਆ ਹੋਵੇ ਤਾਂ ਹੀ ਸ਼ੋਭਦੇ ਨੇ। ਇੱਧਰ ਭੇਵੇ ਦੇ ਕੋਲ ਇੱਕ ਤੀਰਥ ਹੈ, ਮੈਂ ਸੁਣਿਆ, ਗਿਆ ਤਾਂ ਨਹੀਂ। ਉੱਥੇ ਲੋਕ ਪਿੱਤਰਾਂ ਦੀ ਕਲਿਆਣ ਕਰਾਉਣ ਜਾਂਦੇ ਨੇ। ਉਹ ਬ੍ਰਾਹਮਣਾਂ ਦੇ ਮੁੰਡੇ ਅੱਜ ਕੱਲ੍ਹ ਬ੍ਰਾਹਮਣ ਨਹੀਂ ਰਹੇ, ਸ਼ਰਾਬਾਂ ਕਬਾਬਾਂ ਵਰਤ ਕੇ ਬੜੇ ਮਸਟੰਡੇ ਬਣੇ ਹੋਏ, ਪਰ ਪੁਰਾਣੇ ਵਹੀਆਂ ਖਾਤੇ ਉਹਨਾਂ ਕੋਲੋਂ ਜੱਦੀ ਪੁਸ਼ਤੀ ਪਏ ਨੇ ਲੋਕਾਂ ਦੇ। ਇਹਨਾਂ ਨਾਲ ਮੋਟਾ ਮਾਲ ਲੈਂਦੇ ਅਤੇ ਬੜੀ ਬੁਰੀ ਹਾਲਤ ਉਹਨਾਂ ਦੀ ਦਾਨ ਲੈ ਕੇ ਹੋਈ ਪਈ ਹੈ। ਕੱਪੜੇ ਤੱਕ ਲਵਾ ਲੈਂਦੇ, ਮਤਲਬ ਕਿਸੇ ਵਿਚਾਰੇ ਕੋਲ ਕੋਈ ਪੈਸਾ ਨਾ ਹੋਵੇ, ਕਿਰਾਇਆ ਵੀ ਨਹੀਂ ਛੱਡਦੇ। ਕਹਿੰਦੇ ਇੰਨਾ ਦੇਏਗਾ ਤਾਂ ਤੇਰਾ ਉਹ ਸਾਰਾ ਬਾਇਓਡਾਟਾ। ਉਹ ਪੱਤਰੀ ਉਹਨਾਂ ਦੀ ਜਿਸ ਤਰ੍ਹਾਂ ਜੱਟ ਦੀ ਜ਼ਮੀਨ ਹੁੰਦੀ ਹੈ, ਬਾਣੀਏ ਦੀ ਦੁਕਾਨ ਹੁੰਦੀ ਹੈ,
ਇਉਂ ਬਾਹਮਣ ਦੀ ਪੱਤਰੀ ਉਹਦੀ ਜਾਇਦਾਦ ਹੈ। ਜੇ ਪੱਤਰੀ ਨਹੀਂ, ਉਹ ਮਤਲਬ ਵਹੀ ਖਾਤਾ ਨਹੀਂ ਹੈ। ਉਹ ਪੁਰਾਣੇ ਪਿੱਤਰਾਂ ਪੁੱਤਰਾਂ ਦਾ ਹਿਸਾਬ ਕਿਤਾਬ, ਦਾਦੀ ਦਾ ਨਾਂ ਉਹ, ਪੜਦਾਦੀ ਦਾ ਉਹ ਬੜਾ ਬੜਾ ਮੁੱਲ ਲੈਂਦੇ ਨੇ ਨਾਂ ਕੱਢਣ ਦਾ। ਇੰਝ ਉਹਨਾਂ ਦਾ ਗੁਜ਼ਾਰਾ ਹੀ ਇਸ ਤਰ੍ਹਾਂ ਚੱਲਦਾ ਹੈ। ਅਤੇ ਪੀਂਦੇ ਸ਼ਰਾਬਾਂ, ਖਾਂਦੇ ਮੀਟ। ਰੱਬ ਕਿਰਪਾ ਕਰੇ, ਉਹਨਾਂ ਨੂੰ ਸਮੱਤ ਬਖਸ਼ੇ। ਇਹ ਸੁਣਿਆ ਹੈ, ਵੇਖਿਆ ਨਹੀਂ ਹੈ। ਇਸੇ ਪ੍ਰਕਾਰ ਬਾਮਨ ਕੇ ਘਰ ਰਾਂਡੀ ਅੱਛੈ। ਰਾਂਡੀ ਰੰਡੀ ਇਸਤਰੀ ਜਾਂ ਰਾਂਡੀ ਪੱਤਰੀ ਜਾਂ ਬ੍ਰਹਮ ਵਿਦਿਆ ਬ੍ਰਾਹਮਣ ਦੇ ਘਰ ਸੋਭਦੀ ਹੈ। ਰਾਂਡੀ ਸਾਂਡੀ ਹਾਂਡੀ ਗੋ। ਇਹ ਰਾਂਡੀ ਪੱਤਰੀ ਬ੍ਰਹਮ ਵਿਦਿਆ ਰੰਡੀ ਇਸਤਰੀ ਜਾਂ ਸਾਂਡੀ ਹਥਨੀਆਂ ਵਾਲੀ ਫੌਜ ਰਾਜਨੀਤ ਆਦਿਕ ਰਾਜਿਆਂ ਦੇ ਘਰ ਵਿੱਚ, ਅਤੇ ਹਾਂਡੀ ਮਿੱਟੀ ਦੀ ਤੌੜੀ ਆਦਿਕ ਭਾਂਡੇ ਘੁਮਿਆਰ ਦੇ ਘਰ ਵਿੱਚ ਸ਼ੋਭਦੇ ਨੇ। ਇੰਝ ਇਹ ਚੀਜ਼ਾਂ ਆਪਣੀ ਆਪਣੀ ਜਗ੍ਹਾ ਸ਼ੋਭਦੀਆਂ ਕਥਨ ਕੀ ਰਹਿੰਦੀਆਂ ਨੇ। ਬਾਣੀਏ ਕੇ ਘਰ ਹੀਂਗ ਅੱਛੈ। ਜਿਹੜਾ ਬਾਣੀਆਂ ਪੰਸਾਰੀ ਹੈ, ਦੁਕਾਨਦਾਰ ਦੇ ਘਰ ਹਿੰਗ ਆਦਿਕ ਔਸ਼ਧੀ ਜਾਂ ਸੌਦੇ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ। ਜੇ ਬਾਣੀਆਂ ਦੇ ਘਰ ਹਿੰਗ ਹੀ ਨਹੀਂ ਉਹਦੀ ਦੁਕਾਨ ਦੇ, ਤੇ ਇੱਕ ਅੱਧੀ ਚੀਜ਼ ਵੀ ਮਿਸ ਹੋਵੇ, ਅਗਲਾ ਦੂਜੇ ਦਾ ਗਾਹਕ ਬਣ ਜਾਂਦਾ। ਪੈਸਰ ਮਾਥੈ ਸਿੰਘ ਗੋ। ਝੋਟੇ ਦੇ ਸਿਰ ਦੇ ਉੱਪਰ ਕੁੰਡੇ ਸਿੰਘ ਹੋਣ ਤਾਂ ਉਹ ਸ਼ੋਭਨੀ ਕਥਨ ਕਰੀਦਾ ਹੈ। ਦੇਵਲ ਮੱਦੇ ਲੀਗ ਅੱਛੈ। ਦੇਵਲ ਠਾਕੁਰ ਦੁਆਰੇ ਮੰਦਰ ਦੇ ਵਿੱਚ ਸ਼ਿਵਲਿੰਗ ਦੀ ਮੂਰਤੀ ਹੋਵੇ ਤਾਂ ਹੀ ਮੰਦਰ ਚੰਗਾ ਸੱਜਦਾ ਹੈ। ਲੀਗ ਸੀਗ ਹੀਗ ਗੋ। ਜਿਵੇਂ ਲੀਗ ਸ਼ਿਵਲਿੰਗ, ਸ਼ਿਵ ਮੰਦਰ ਵਿੱਚ ਝੋਟੇ ਦੇ ਮੱਥੇ ਤੇ ਸਿਰ ਤੇ ਕੁੰਡੇ ਸਿੰਘ, ਤੇ ਪੰਸਾਰੀ ਦੇ ਘਰ 'ਚ ਹਿੰਗ ਸੱਜਦੀ ਕਥਨ ਕਰੀਦੀ ਹੈ। ਤੇਲੀ ਕੈ ਘਰ ਤੇਲ ਅੱਛੈ। ਜਿਵੇਂ ਤੇਲੀ ਤੇਲ ਕੱਢਣ ਵਾਲੇ ਪੁਰਖ ਦੇ ਘਰ 'ਚ ਤੇਲ ਹੋਵੇ ਤਾਂ ਹੀ ਉਹਦਾ ਘਰ ਚੰਗਾ ਲੱਗਦਾ ਸੱਜਦਾ ਹੈ। ਜੰਗਲ ਮੱਦੇ ਬੇਲ ਗੋ। ਤੇ ਜੰਗਲ ਭਾਵ ਉਜਾੜ ਦੇ ਵਿੱਚ ਵੇਲਾਂ ਹੋਣ ਤਾਂ ਹੀ ਜੰਗਲ ਸੋਹਣਾ ਕਥਨ ਕਰੀਦਾ ਹੈ। ਵੇਲਾਂ ਊਠ ਆਦਿਕ ਚਰਦੇ ਹੋਣ। ਮਾਲੀ ਕੇ ਘਰ ਕੇਲ ਅੱਛੈ। ਮਾਲੀ ਬਾਗਬਾਨ ਦੇ ਬਗੀਚੇ ਰੂਪ ਘਰ 'ਚ ਕੇਲੇ ਆਦਿਕ ਫਲਾਂ ਵਾਲੇ ਬੂਟੇ ਲੱਗੇ ਹੋਣ ਤਾਂ ਹੀ ਉਹਦਾ ਘਰ ਚੰਗਾ ਲੱਗਦਾ ਹੈ। ਜਾਂ ਕੇਲੇ ਮਾਲੀ ਦੇ ਘਰ ਦੇ ਵਿੱਚ। ਕੇਲ ਬੇਲ ਤੇਲ ਗੋ। ਚੰਡੀਗੜ੍ਹ ਦੇ ਪਾਰਕਾਂ ਦੇ ਮਾਲੀਆਂ ਨਾਲ ਮੈਂ ਕਈ ਵਾਰ ਗੱਲਾਂ ਬਾਤਾਂ ਕੀਤੀਆਂ। ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੰਨੀ ਮਿਹਨਤ ਮਾਰਦੇ ਹੋ, ਘਾਹ ਲਾ ਵੱਢੀ ਜਾਂਦੇ ਹੋ, ਚਾਰ ਸਵੇਰੇ ਸਫਾਈ, ਕਿੰਨਾ ਪੈਸਾ ਵੇਖੋ ਗੌਰਮੈਂਟ ਦਾ ਬਰਬਾਦ ਹੁੰਦਾ। ਆ ਜਿਹੜੇ ਦਰਖਤ ਨੇ ਜੇ ਇਹ ਬੂਟੇ ਫਲਾਂ ਵਾਲੇ ਹੋਣ ਕਿੰਨਾ ਚੰਗਾ ਹੋਵੇ। ਕਹਿੰਦੇ ਜੀ ਅਸੀਂ ਤਾਂ ਅਨਪੜ੍ਹ ਹਾਂ, ਅਤੇ ਸਾਡੇ ਇੰਜੀਨੀਅਰ ਨੂੰ ਤੁਸੀਂ ਪੁੱਛ ਸਕਦੇ ਹੋ। ਅਤੇ ਪਰ ਇਹ ਸਰਕਾਰ ਦਾ ਸ਼ਾਇਦ ਕਾਨੂੰਨ ਹੀ ਹੈ, ਕਹਿੰਦੇ ਕਿ ਜਿਹੜੇ ਪਾਰਕ ਨੇ ਉਹਨਾਂ 'ਚ ਫਲਦਾਰ ਬੂਟੇ ਨਹੀਂ ਲਾਉਂਦੇ, ਕੇਵਲ ਸ਼ਾਮ ਵਾਸਤੇ ਲਾਏ ਜਾਂਦੇ ਨੇ। ਮੈਂ ਕਿਹਾ ਵੀ ਇਹ ਕੀ ਫਾਇਦਾ, ਸਫਾਈ ਕਰੀ ਜਾਓ, ਬੋਕਰ ਫੇਰੀ ਜਾਓ, ਅਤੇ ਜੇ ਫਲ ਵੀ ਲੱਗਣ ਤੇ ਸ਼ਾਮ ਹੀ ਹੋਵੇ ਕਿੰਨਾ ਚੰਗਾ ਹੋਵੇ। ਹੋਰ ਤਾਂ ਕਿਸੇ ਨੂੰ ਪੁੱਛਿਆ ਨਹੀਂ, ਪਰ ਮੇਰੇ ਮਨ 'ਚ ਇਹ ਬਚਨ ਆਇਆ ਵੀ ਸ਼ਾਇਦ ਖਬਰਿਆਂ ਬੱਚਿਆਂ ਦੀ ਲੜਾਈ ਕਰਕੇ ਵੀ ਨਿਆਣੇ ਰੌਲਾ ਪਾਉਣਗੇ ਜਾਂ ਕੋਈ ਝਗੜਾ ਹੋਊਗਾ ਫਲ ਫਰੂਟ ਤੋੜਨ ਲਈ, ਅਤੇ ਕੋਈ ਤੋੜੇ ਕੋਈ ਤੋੜ ਨਾ ਦੇਵੇ, ਸ਼ਾਇਦ ਇਸ ਕਰਕੇ। ਤੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਮਾਲੀ ਹੈ ਐਵੇਂ ਰੰਬੀ ਕਸਾਈ ਜਾਏ, ਦਿਨ ਰਾਤ ਮਿਹਨਤ ਮਾਰੀ ਜਾਏ, ਗੋਡੀ ਦਈ ਜਾਏ, ਫੁੱਲ ਇੱਕ ਵੀ ਨਾ ਲੱਗੇ। ਜੇ ਫੁੱਲ ਵਾਲਾ ਬੂਟਾ ਕੋਈ ਨਹੀਂ, ਬੰਦਾ ਪੁੱਛੇ ਦਰਖਤ ਉਗਾਈ ਜਾਏ, ਫਲ ਕੋਈ ਨਹੀਂ, ਕੀ ਫਾਇਦਾ ਹੋਇਆ। ਕਿੰਨੀਆਂ ਕਿੰਨੀਆਂ ਮੋਟੀਆਂ ਤਨਖਾਹਾਂ ਹੁੰਦੀਆਂ ਇਹਨਾਂ ਲੋਕਾਂ ਦੀਆਂ। ਫਿਰ ਜੇ ਉਹ ਮਿਹਨਤ ਮਾਰਦੇ ਕਿੰਨੀ ਗਰਮੀ ਦੇ ਵਿੱਚ, ਜੇ ਕੇਲੇ ਦਾ ਬੂਟਾ ਹੀ ਨਹੀਂ, ਜਾਂ ਕੋਈ ਅੰਬ ਦਾ ਬੂਟਾ ਹੀ ਨਹੀਂ, ਜਾਂ ਕੋਈ ਹੋਰ ਕੋਈ ਔਸ਼ਧੀ ਦਾ ਬੂਟਾ ਨਹੀਂ ਹੈ, ਕੋਈ ਤੁਲਸੀ ਨਹੀਂ, ਜਾਂ ਕੋਈ ਹੋਰ ਇਤਿਆਦਿ ਕੋਈ ਕੰਮ ਵਾਲਾ ਬੂਟਾ ਨਹੀਂ, ਤਾਂ ਫਿਰ ਫਾਇਦਾ ਕੀ ਆ ਰੰਬੀ ਘਸਾਉਣ ਦਾ। ਇਹ ਤਾਂ ਬੰਦਾ ਚੁੱਪ ਕਰਕੇ ਬੈਠਾ ਰਹੇ, ਐਵੇਂ ਘਾਹ ਹੀ ਉਗਾਈ ਜਾਣਾ ਅਤੇ ਉਹਨੂੰ ਹੀ ਕੱਟੀ ਜਾਣਾ, ਪੈਣ ਖਲੋਣ ਕਿਸੇ ਨੂੰ ਦੇਣਾ ਹੀ ਨਹੀਂ, ਗੇਟ ਮਾਰੀ ਰੱਖਣੇ ਜੰਦਰੇ। ਅਤੇ ਇਸ ਵਾਸਤੇ ਜਾਂ ਪਾਣੀ ਲਾ ਕੇ ਚੱਕੜ ਕਰੀ ਰਹਿਣਾ, ਕੋਈ ਫਾਇਦਾ ਤਾਂ ਹੈ ਨਹੀਂ। ਇਸ ਲਈ ਮਹਾਰਾਜ ਨਾਮਦੇਵ ਜੀ ਕਹਿੰਦੇ ਨੇ ਕਿ ਉਹ ਮਾਲੀ ਦਾ ਘਰ ਚੰਗਾ ਨਹੀਂ ਲੱਗਦਾ। ਸੰਤਾ ਮੱਦੇ ਗੋਬਿੰਦ ਅੱਛੈ। ਇਉਂ ਕੇਲ ਬੇਲ ਤੇਲ ਗੋ, ਕੇਲੇ ਮਾਲੀ ਦੇ ਘਰ ਅਤੇ ਵੇਲਾਂ ਜੰਗਲ ਦੇ ਵਿੱਚ,
ਤੇ ਤੇਲ ਤੇਲੀ ਦੇ ਘਰ ਦੇ ਵਿੱਚ ਹੋਵੇ ਤਾਂ ਉਹ ਸ਼ੋਭਾ ਪਾਉਂਦਾ ਹੈ। ਇੰਜ ਸਾਧ ਸੰਗਤ ਜੀ ਇੱਕ ਉਦਾਹਰਨਾਂ ਦਿੱਤੀਆਂ ਨੇ ਫੋਰ ਐਗਜ਼ਾਮਪਲ। ਇਹਦਾ ਕੋਈ ਮਤਲਬ ਬਹੁਤਾ ਲੰਬਾ ਚੌੜਾ ਨਹੀਂ ਹੈ, ਤਾਈਓ ਮੈਂ 2 ਮਿੰਟਾਂ ਦੀ ਕਥਾ ਕਰਤੀ। ਮਤਲਬ ਸਾਡਾ ਰੱਬ ਦੇ ਨਾਮ ਨਾਲ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਇਹ ਉਦਾਹਰਨਾਂ ਦਿੱਤੀਆਂ ਨੇ, ਇੰਜ ਸੰਤਾਂ ਮਹਾਤਮਾ ਦੇ ਹਿਰਦੇ ਵਿੱਚ ਗੋਬਿੰਦ ਪਰਮੇਸ਼ਰ ਦਾ ਨਾਮ ਵਸਦਾ ਹੋਵੇ ਤਾਂ ਚੰਗਾ ਲੱਗਦਾ। ਜੇ ਬਣਿਆ ਸਾਧੂ ਫਿਰੇ ਤੇ ਵੇਖੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੱਲ, ਜਾਂ ਗਾਲਾਂ ਹੀ ਕੱਢੀ ਜਾਏ, ਜਾਂ ਨਿਆਣਿਆਂ ਮਗਰ ਹੀ ਤੁਰਿਆ ਫਿਰ ਭੱਜਾ ਫਿਰੇ, ਉਹ ਨਿਆਣਿਓ ਠਹਿਰ ਜਾਓ, ਇੰਜ ਜੀ ਚੰਗਾ ਬੰਦਾ, ਸਿਆਣਾ ਬੰਦਾ, ਬਜ਼ੁਰਗ ਬੰਦਾ, ਜਿਹੜਾ ਮੁਖੀ ਬੰਦਾ ਉਹ ਨਿਆਣਿਆਂ ਮਗਰ ਦੌੜਦਾ ਚੰਗਾ ਥੋੜ੍ਹਾ ਲੱਗਦਾ। ਬੰਦਾ ਬਹਿ ਕੇ ਕੋਈ ਭਗਤੀ ਕਰੇ, ਕੋਈ ਮਾਲਾ ਫੇਰੇ। ਜੇ ਗੁੱਸਾ ਹੀ ਨਹੀਂ ਛੱਡਿਆ ਫਿਰ ਦੱਸੋ ਸੰਤ ਬਣਨ ਦਾ ਕੀ ਲਾਭ ਹੋਇਆ। ਉਹ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸੰਤਾਂ ਵਾਂਗ ਦੁਨੀਆ ਮੰਨੇ, ਸਾਡੀ ਪੂਜਾ ਹੋਵੇ ਜੇ ਤੇਰੇ ਸੰਤਾਂ ਦੀ ਹੁੰਦੀ, ਪਰ ਜੀਵਨ ਤਾਂ ਬਣਾਇਆ ਕੋਈ ਨਹੀਂ। ਰੱਬ ਦਾ ਨਾਮ ਤਾਂ ਕਦੀ ਜਪਿਆ ਨਹੀਂ ਹੈ। ਜੇ ਸਿਰ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਉਹ ਸੰਤ ਕਾਹਦਾ ਹੈ। ਸੰਤਾ ਮਧੇ ਗੋਬਿੰਦ ਅਛੈ। ਸੰਤਾਂ ਦੇ ਹਿਰਦੇ 'ਚ ਪਰਮੇਸ਼ਰ ਵਸਦਾ ਚੰਗਾ ਲੱਗਦਾ ਹੈ, ਪਰਮੇਸ਼ਰ ਦਾ ਨਾਮ ਜਪਣਾ ਚੰਗਾ ਲੱਗਦਾ ਹੈ। ਗੋਕਲ ਮਧੇ ਸਿਆਮ ਗੋ। ਜਿਵੇਂ ਸਾਧ ਸੰਗਤ ਜੀਓ ਗੋਕਲ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਬਾਲਕ ਅਵਸਥਾ ਦੇ ਵਿੱਚ ਖੇਡਦੇ ਸੱਜਦੇ ਕਥਨ ਕਰੀਦੇ ਸਨ। ਕ੍ਰਿਸ਼ਨ ਜੀ ਗੋਕਲ ਨਗਰੀ ਦੇ ਵਿੱਚ ਗਊਆਂ ਚਾਰਦੇ ਸੱਜਦੇ ਕਥਨ ਕਰੀਦੇ ਸਨ। ਇੰਜ ਸੰਤਾਂ ਦਾ ਹਿਰਦਾ ਜੇ ਸੱਚਮੁੱਚ ਹੀ ਸੰਤ ਹੈ ਤੇ ਉਹ ਕੋਈ ਕੀਰਤਨ ਕਰਨਾ ਜਾਣਦਾ ਹੋਵੇ, ਕੋਈ ਕਥਾ ਦੇ ਬਚਨ ਸ਼ੁਭ ਕਰਨੇ ਜਾਣਦਾ ਹੋਵੇ, ਕੋਈ ਬਾਣੀ ਦਾ ਪਾਠ ਜਾਂ ਰੱਬ ਦਾ ਨਾਮ ਜਪਾਉਣ ਵਾਲਾ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜੇ ਸੁੱਖਾ ਹੀ ਘੋਟ ਕੇ ਜਾਂ ਚਾਹ ਬਣਾ ਕੇ ਲੋਕਾਂ ਨੂੰ ਪਿਆਉਂਦਾ ਰਹੇ ਤੇ ਆਪ ਵੀ ਨਸ਼ੇ 'ਚ ਮਸਤ ਰਹੇ, ਉਹ ਕਾਹਦਾ ਸੰਤ ਤੇ ਕਾਹਦਾ ਗ੍ਰੰਥੀ ਤੇ ਕਾਹਦਾ ਨਿਹੰਗ ਹੈ। ਨਸ਼ੇ ਦੇ ਵਿੱਚ ਥੋੜ੍ਹਾ ਮਹਾਰਾਜ ਜੀ ਨੇ ਲਾਇਆ, ਨਾਮ ਜਪਣ ਤੇ ਬਾਣੀ ਵਿੱਚ ਲਾਇਆ। ਗੁਰਦੁਆਰਿਆਂ 'ਚ ਸੰਥਿਆ ਹੋਣੀ ਚਾਹੀਦੀ, ਕੋਈ ਨਿਤਨੇਮ ਦਾ ਕਥਾ ਕੀਰਤਨ ਦਾ ਪ੍ਰਵਾਹ ਹੋਣਾ ਚਾਹੀਦਾ। ਚਾਹ ਤੇ ਸੁੱਖੇ ਦਾ ਕੀ ਮਤਲਬ ਹੋਇਆ? ਇਹ ਤੱਕ ਨਸ਼ਾ ਹੈ। ਨਾਮੇ ਮਧੇ ਰਾਮ ਅਛੈ। ਭਗਤ ਨਾਮਦੇਵ ਜੀ ਕਹਿੰਦੇ ਵੀ ਇਸ ਤਰ੍ਹਾਂ ਮੇਰੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਚੰਗਾ ਲੱਗਦਾ ਹੈ। ਰਾਮ ਸਿਆਮ ਗੋਬਿੰਦ ਗੋ। ਇਸ ਲਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਵੀ ਕਰਮ ਕਾਂਡ ਨੂੰ ਚੰਗਾ ਨਹੀਂ ਕਿਹਾ ਗਿਆ, ਇਹਦਾ ਉਪਦੇਸ਼ ਨਹੀਂ ਦਿੰਦੇ ਆਪਾਂ। ਮੇਰੇ ਹਿਰਦੇ 'ਚ ਪਰਮੇਸ਼ਰ ਦਾ ਨਾਮ, ਕ੍ਰਿਸ਼ਨ ਜੀ ਗੋਕਲ ਨਗਰੀ 'ਚ ਗੋਬਿੰਦ ਪਰਮੇਸ਼ਰ ਜਿਹੜਾ ਹੈ। ਨਾਮੇ ਮਧੇ ਰਾਮ ਅਛੈ। ਰਾਮ ਸਿਆਮ ਗੋਬਿੰਦ ਗੋ। ਸੋ ਨਾਮਦੇਵ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਤੇ ਜਿਹੜਾ ਸਿਆਮ ਕ੍ਰਿਸ਼ਨ, ਇਹ ਗੋਕਲ ਦੇ ਵਿੱਚ ਸੱਜ ਦਾ ਕਥਨ ਕਰੀਦਾ। ਤੇ ਇਉਂ ਇਹ ਤਿੰਨਾਂ ਛੰਦਾਂ ਦਾ ਅੱਛਾ ਖੇਲ ਬਣਾਇਆ ਹੈ। ਪਹਿਲਾਂ ਭਗਤ ਜੀ ਨੇ ਦ੍ਰਿਸ਼ਟਾਂਤ ਦਿੱਤੇ ਆ, ਫਿਰ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਇੰਜ ਮੇਰੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਫੱਬਦਾ ਹੈ। ਭਾਵ ਕਿ ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਘਰ ਦਾ ਗ੍ਰੰਥੀ ਹੈ ਜਾਂ ਸਾਧੂ ਸੰਤ ਹੈ, ਜਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਚੀਜ਼ਾਂ ਵਸਤੂਆਂ ਫੱਬਦੀਆਂ ਨੇ, ਇੰਜ ਉਹਦੇ ਕੋਲ ਬਾਣੀ ਹੋਵੇ, ਨਾਮ ਹੋਵੇ, ਉਹਦੇ ਕੋਲ ਬਾਣਾ ਹੋਵੇ, ਰਹਿਤ ਮਰਿਆਦਾ ਹੋਵੇ, ਤਾਂ ਹੀ ਉਹ ਕਿਸੇ ਨੂੰ ਸਿੱਖਿਆ ਦੇ ਕੇ ਚੰਗੇ ਪਾਸੇ ਲਾ ਸਕਦਾ ਹੈ। ਆਪਣਾ ਜੀਵਨ ਪਹਿਲਾਂ ਬਣਾਏ ਫਿਰ ਦੂਜਿਆਂ ਨੂੰ ਸਮਝਾਏ। ਨਹੀਂ ਤਾਂ ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖਤ ਖਾਇਆ ਕਰ ਕਾ ਖੇਤ। ਇੱਥੇ ਹੀ ਸਮਾਪਤੀ ਹੈ ਜੀ। ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸਮਤ ਬਖਸ਼ਣੇ। ਸੰਤਾ ਮਧੇ ਗੋਬਿੰਦ ਅਛੈ। ਗੋਕਲ ਮਧੇ ਸਿਆਮ ਗੋ। ਨਾਮੇ ਮਧੇ ਰਾਮ ਅਛੈ। ਰਾਮ ਸਿਆਮ ਗੋਬਿੰਦ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਬਸਾਇਆ।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਗਿ ਮਨ ਵਸਿਆ ਵਾਜੇ ਸੰਤ ਹਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸੱਚਾ ਨਾਮ ਮੇਰਾ ਆਧਾਰ, ਸਾਜ ਨਾਮੇ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵੇਟੋ। ਜਿਸ ਦੀਆਂ ਇਹ ਵਡਿਆਈਆਂ